प्यारे दर्शकों, मैं यादविंदर सिद्धू अज तुहाडे नाल एक अजिही शख्सियत की मुलाकात करवाउण लग्या हाँ जिस ने कला के खेत्र के विच विलक्षण पैड़ा पाईआं ने। उन्होंने गायकी के खेत्र के विच, उस दे नाल नाल गीतकारी के खेत्र के विच, उस दे नाल नाल उन्होंने कला के खेत्र के विच, मेरी मुराद है पेंटिंग के मामले विच, क्योंकि वो एक बहुत अच्छे चित्रकार ने। उन्होंने बहुत सारे इस तरह के चित्र बनाए है जिन्होंने ਵੱਖ-ਵੱਖ प्रदर्शनी के विच दिखाउण दा मौका मिलिਆ तो उन्होंने इस लिए बहुत थावां ते सन्मानित भी किया गया। मेरी मुराद है भगवान हांस जिहड़े कि संगरूर दे नाल संबंधित ने। अज आपां उन्हां नाल गलबात करांगे उन्हां दी गायकी के सफ़र बारे, उन्हां दी गीतकारी बारे ते नाल ही उन्हां दी कला के खेत्र बारे, जिथे क्योंकि रंगां ते ब्रश दे नाल लोकां दे ਵੱਖ-ਵੱਖ चित्रदे ने कोरे कैनवस के उत्ते। ते आओ साडे विचकार तुसीं मिलो भगवान हांस जी। सत श्री अकाल जी। सब तो पहला देश विदेश दे विच पंजाब नूं, पंजाबीयत नूं, इनसानीयत नूं प्यार करन वालिआं नूं मेरे वल्लों प्यार भरी सत श्री अकाल। भगवान हांस जी, बड़ी खुशी की गल है कि तुसीं ਵੱਖੋ ਵੱਖਰੇ ਖੇਤਰਾਂ ਦੇ ਵਿੱਚ ਪੈੜਾਂ ਪਾਈਆਂ ਨੇ। ਤੁਸੀਂ ਗੀਤਕਾਰੀ ਦੇ ਵਿੱਚ ਵੀ, ਗਾਇਕੀ ਦੇ ਵਿੱਚ ਵੀ, ਤੇ ਉਸ ਦੇ ਨਾਲ ਨਾਲ ਤੁਸੀਂ ਪੇਂਟਿੰਗ ਦੇ ਖੇਤਰ ਦੇ ਵਿੱਚ। ਬਿਲਕੁਲ ਜੀ। ਮੈਂ ਜਾਣਨਾ ਚਾਹਾਂਗਾ ਕਿ ਤੁਹਾਡਾ ਜਿਹੜਾ ਸਭ ਤੋਂ ਜਿਹੜਾ ਮਹੱਤਵਪੂਰਨ ਖੇਤਰ ਜਿਸ ਦੇ ਵਿੱਚ ਤੁਸੀਂ ਪਹਿਲਾਂ ਪੈਰ ਰੱਖਿਆ ਉਹ ਕਿਹੜਾ ਖੇਤਰ ਸੀ? ਗੀਤਕਾਰੀ ਦਾ, ਗਾਇਕੀ ਦਾ ਤੇ ਜਾਂ ਚਿੱਤਰਕਾਰੀ ਦਾ? ਹਾਂ, ਸਿੱਧੂ ਸਾਹਿਬ ਗੱਲ ਆ ਵੀ ਬਚਪਨ ਦੇ ਵਿੱਚ ਜਦੋਂ ਮੈਂ 6ਵੀਂ ਕਲਾਸ ਦੇ ਵਿੱਚ ਪਹੁੰਚਿਆ ਤਾਂ ਡਰਾਇੰਗ ਦਾ ਮੇਰੇ ਤੇ ਬੜਾ ਅਸਰ ਹੋਇਆ। ਸਭ ਤੋਂ ਪਹਿਲਾਂ ਮੈਂ ਆਪਣੇ ਫਾਦਰ ਸਾਹਿਬ ਦੀ 6ਵੀਂ 'ਚ ਪੜ੍ਹਦਾ ਸੀ ਜਦੋਂ ਮੈਂ ਉਹਨਾਂ ਦੀ ਤਸਵੀਰ ਬਣਾਤੀ ਸੀ ਤੇ ਉੱਥੋਂ ਫਿਰ ਡਰਾਇੰਗ ਵੱਲ ਮੇਰਾ ਰੁਝਾਨ ਹੋ ਗਿਆ ਤੇ ਨਾਲ ਦੀ ਨਾਲ ਫਿਰ ਉਹ ਗਾਇਕੀ ਵੱਲ ਤੇ ਲੇਖਣੀ ਵੱਲ ਵੀ। ਜਦੋਂ ਮੈਨੂੰ ਸੁਰਤ ਜੀ ਸੰਭਲੀ ਇਸ ਸਮੇਂ ਦੀ 6ਵੀਂ 'ਚ ਮੈਂ ਪਹੁੰਚਿਆ ਤਾਂ ਉਦੋਂ ਮਾਨਕ ਸਾਹਿਬ ਦਾ ਤੇ ਸਦੀਕ ਸਾਹਿਬ ਦਾ ਦੌਰ ਸੀਗਾ ਤੇ ਬਸ ਉਹਨਾਂ ਦੇ ਗੀਤ ਹੀ ਉਹ ਤੋਂ ਸਾਰੀ ਦੁਨੀਆ ਇਹ ਵੀ ਗਾਉਂਦੀ ਹੈ। ਕੋਈ ਵੀ ਪ੍ਰਵੇਸ਼ ਕਰਦਾ ਉਹ ਪਹਿਲਾਂ ਲੋਕਾਂ ਦੇ ਗੀਤ ਹੀ ਗਾਉਂਦਾ ਤੇ ਆਪਦੇ ਤਾਂ ਬਾਅਦ ਦੀਆਂ ਗੱਲਾਂ। ਹਾਂਜੀ ਹਾਂ। ਅੱਛਾ, ਇਹਦਾ ਮਤਲਬ ਤੁਸੀਂ ਪਹਿਲਾਂ ਤੁਹਾਨੂੰ ਡਰਾਇੰਗ ਦੇ ਨਾਲ, ਕਲਾ ਦੇ ਨਾਲ, ਬ੍ਰਸ਼ ਦੇ ਨਾਲ ਪਹਿਲਾਂ ਤੁਹਾਨੂੰ ਜਿਹੜਾ ਮੋਹ ਹੋਇਆ, ਦਿਲਚਸਪੀ ਪੈਦਾ ਹੋਈ ਤੇ ਉਸ ਤੋਂ ਬਾਅਦ ਤੁਸੀਂ ਫਿਰ ਗੀਤਕਾਰੀ ਦੇ ਵੱਲ ਤੁਹਾਨੂੰ ਸਾਹਿਤਕ ਚੇਤਕ ਲੱਗੀ। ਬਿਲਕੁਲ ਜੀ, ਬਿਲਕੁਲ। ਤੇ ਤੁਸੀਂ ਜਿਹੜਾ ਤੁਹਾਡਾ ਪਹਿਲਾ ਗੀਤ ਜਿਹੜਾ ਫਿਰ ਤੁਸੀਂ ਲਿਖਿਆ ਉਹ ਕਿਸ ਉਮਰ ਦੇ ਵਿੱਚ ਲਿਖਿਆ ਤੇ ਕਦੋਂ ਰਿਕਾਰਡ ਹੋਇਆ? ਸਿੱਧੂ ਸਾਹਿਬ ਇਹ ਗੱਲ ਮੇਰਾ ਖਿਆਲ ਆ ਵੀ 86 ਦੀ ਹੈ। ਪਹਿਲੀ ਟੇਪ ਮੇਰੀ, ਉਹਦਾ ਨਾਮ ਸੀ ਸੌਦਾ ਪਿਆਰ ਦਾ। ਅੱਛਾ। TMC ਠੁਕਰਾਲ ਮਿਊਜ਼ਿਕ ਸੈਂਟਰ, ਉਹਨਾਂ ਨੇ ਉਦੋਂ ਮਾਨਕ ਸਾਹਿਬ ਦਾ ਡੋਲ ਖਾਲਸਾ ਤੇ ਸਰਦੂਲ ਸਿਕੰਦਰ ਸਾਹਿਬ ਦੀ ਰੋਡਵੇਜ਼ ਦੀ ਲਾਰੀ, ਉਹ ਕੰਪਨੀ ਸੀ। ਹਾਂਜੀ ਹਾਂ, ਫਗਵਾੜੇ ਤੋਂ ਸੀ। ਹਾਂਜੀ, ਫਗਵਾੜੇ, ਬਿਲਕੁਲ ਜੀ। ਅੱਛਾ, ਉਹਨਾਂ ਨੇ ਉਹ ਰਿਲੀਜ਼ ਕਰੀ ਸੀ ਮੇਰੀ ਸੌਦਾ ਪਿਆਰ ਦਾ। ਉਹ ਸਾਰੇ ਗੀਤ ਸਾਹਿਤਕ ਸੀ ਉਹਦੇ 'ਚ। ਅੱਛਾ। ਤੇ ਉਦੋਂ ਹੀ ਮੈਂ ਉਹਦੇ 'ਚੋਂ ਹੀ ਟੀਵੀ ਤੇ ਜਵਾਨ ਤਰੰਗ ਪ੍ਰੋਗਰਾਮ ਹੁੰਦਾ ਸੀ। ਹਾਂ, ਜਲੰਧਰ ਤੋਂ ਚੱਲਦਾ ਸੀ। ਉਹ ਟੇਪ ਦੇ ਵਿੱਚ ਤੀਜਾ ਗੀਤ ਸੀ ਚੱਲਾ ਦਿਲ। ਕੀ ਉਹਦਾ ਬੋਲ ਜਿਹੜੇ ਹੈਗੇ ਆ ਕੋਈ ਪਹਿਲੇ ਵੈਸੇ? ਮੈਂ ਸੁਣਾ ਤੁਹਾਨੂੰ। ਉਹ ਸਾਹਿਤਕ ਜਿਹਾ ਗੀਤ ਸੀ, ਝੱਲਿਆ ਦਿਲਾ ਵੇ, 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 ਝੱਲਿਆ ਦਿਲਾ ਵੇ। ਬਸ ਇਸ ਤਰ੍ਹਾਂ ਉਹ ਸਮਝਾਉਣਾ ਸੀ ਮਨ ਨੂੰ। ਤੇ ਮੈਂ ਤੁਹਾਨੂੰ ਹੋਰ ਗੱਲ ਇੱਕ ਵਧੀਆ ਸੁਣਾਵਾਂ। ਤੇ ਉਹ ਗੀਤ ਮੈਂ ਉਦੋਂ ਅਬੋਰ ਹੁੰਦਾ ਸੀ ਤੇ ਹਾਕਮ ਸੂਫੀ ਸਾਹਿਬ ਮੇਰੇ ਮਿੱਤਰ ਸੀ, ਮੈਂ ਉਹਨਾਂ ਕੋਲੇ ਸਤਿਕਾਰਯੋਗ ਸਿੰਗਰ ਸੀ। ਮੈਨੂੰ ਇਹ ਗੀਤ ਤੁਹਾਡਾ ਆਪਣੀ ਆਪ ਦੀ ਆਵਾਜ਼ 'ਚ ਰਿਕਾਰਡ ਕੀਤਾ? ਪਹਿਲਾ ਪਹਿਲਾ ਗੀਤ ਮੇਰਾ ਰਿਕਾਰਡ ਹੋਇਆ। ਇਸੇ ਨਾਲ ਸੰਬੰਧਿਤ ਗੱਲ ਦੱਸਦਾ ਮੈਂ। ਉਹ ਟੇਪ ਮੈਂ ਹਾਕਮ ਸੂਫੀ ਸਾਹਿਬ ਨੂੰ ਭੇਂਟ ਕਰੀ ਉੱਥੇ ਜਾ ਕੇ। ਅੱਛਾ। ਫਿਰ ਉਹਨਾਂ ਨੇ ਫਿਰ ਇਹੀ ਗੀਤ ਅੱਛਾ ਦੁਬਾਰਾ ਰਿਕਾਰਡ ਕਰਾਤਾ। ਤੇ ਜਦੋਂ ਰਿਕਾਰਡਿੰਗ ਤੇ ਗਏ ਚੰਡੀਗੜ੍ਹ, ਨੀਰ ਕੰਪਨੀ ਸੀਗੀ, ਉਹ ਨੀਰ ਵੀ ਨਾਲ ਸੀਗਾ। ਮੈਨੂੰ ਘਰੇ ਮਿਲ ਕੇ ਗਏ, ਇੱਥੇ ਜ਼ਰੂਰ ਮਿਲ ਕੇ ਗਏ ਤੇ ਮੈਨੂੰ ਦੱਸਿਆ ਨਹੀਂ ਵੀ ਤੇਰਾ ਗੀਤ ਰਿਕਾਰਡ ਕਰਾਉਣਾ ਤੇ ਨਾਂ ਵੀ ਉਹਨਾਂ ਨੇ ਮੇਰਾ ਨਹੀਂ ਪਾਇਆ। ਅੱਛਾ। ਉਹਦੀ ਚਰਚਾ ਵੀ ਅਖਬਾਰਾਂ ਪੂਰੇ 'ਚ ਕਾਫੀ ਹੋਈ ਸੀ। ਅੱਛਾ। ਤੇ ਰੌਲਾ ਵੀ ਪਿਆ ਉਹਦਾ। ਤੁਹਾਡਾ ਗੀਤ ਮਾਰਕੀਟ 'ਚ ਪਹਿਲਾਂ ਆ ਗਿਆ ਕਿ ਉਹਨਾਂ ਦਾ? ਮੇਰਾ ਤਾਂ ਪਹਿਲਾਂ ਆਇਆ ਹੋਇਆ ਸੀ। ਮੈਂ ਤਾਂ ਉਹਨਾਂ ਨੂੰ ਟੇਪ ਭੇਜ ਕਰੀ ਸੀ। ਮੇਰਾ ਤਾਂ ਪਹਿਲਾਂ ਆਇਆ ਸੀ, ਟੀਵੀ ਤੇ ਵੀ ਆ ਗਿਆ ਸੀ। ਉਹਨਾਂ ਨੇ ਵੀ ਕਰਾਤਾ। ਫਿਰ ਹੋਰ ਤੁਹਾਡਾ ਗੀਤ ਕਿਹਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਜਿਹੜਾ? ਹਾਂ, ਉਸ ਤੋਂ ਬਾਅਦ ਫਿਰ ਮੈਂ ਕਰਮਜੀਤ ਅਨਮੋਲ ਦੀ ਆਵਾਜ਼ 'ਚ ਮੇਰਾ ਗੀਤ ਇੱਕ, ਉਹਨਾਂ ਦੀ ਪਹਿਲੀ ਟੇਪ ਸੀ ਆਸ਼ਕ ਭਾਜੀ, ਤੇ ਉਹਦੇ 'ਚ ਗੀਤ ਸੀ ਮੇਰਾ ਆਪਣੀ ਹੀ ਬਾਂਹ ਤੇ ਛੁਰੀ ਨੂੰ ਚਲਾ ਕੇ ਅਸੀਂ ਤੇਰਾ ਨਾਂ ਲਿਖਿਆ। ਬੜਾ ਦੁਨੀਆ 'ਚ ਸੁਪਰ ਹਿੱਟ ਹੋਇਆ। ਹਾਂ, ਬਸ ਇਸ ਤਰ੍ਹਾਂ ਚਲੋ। ਅੱਛਾ। ਤੇ
ਤੁਹਾਡਾ ਆਪਣਾ ਪਹਿਲੀ ਜਿਹੜੀ ਕੈਸਟ ਸੀ ਕਿਹੜੇ ਸਾਲ ਚ ਆਈ ਸੀ ਉਹ? 86 86 ਚ। ਹਾਂਜੀ। ਤੇ ਉਸ ਤੋਂ ਬਾਅਦ ਤੁਸੀਂ ਹੁਣ ਤੱਕ ਉਸ ਸਫ਼ਰ ਤੋਂ ਲੈ ਕੇ ਜਦੋਂ ਤੁਸੀਂ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਉਸ ਤੋਂ ਲੈ ਕੇ ਹੁਣ ਤੱਕ ਤੁਹਾਡੇ ਕੋਲ ਕਿੰਨੀਆਂ ਕੈਸਟਸ ਜਾਂ ਗੀਤ? ਆਪਾਂ ਹੁਣ ਕਿਉਂਕਿ ਕੈਸਟ ਕਲਚਰ ਸੀ ਪਹਿਲਾਂ, ਉਸ ਦੇ ਵਿੱਚ 8 ਗੀਤ ਹੁੰਦੇ ਸੀ, ਪਰ ਹੁਣ ਉਹ ਸਿੰਗਲ ਟਰੈਕ ਆਉਣ ਲੱਗੇ ਆ। ਬਿਲਕੁਲ ਜੀ, ਬਿਲਕੁਲ। ਤੇ ਹੁਣ ਆਪਾਂ ਗੀਤਾਂ ਦੀ ਹੀ ਗੱਲ ਕਰੀਏ ਕਿ ਤੁਹਾਡੇ ਕਿੰਨੇ ਕੁ ਗੀਤ ਹੁਣ ਤੱਕ ਮਾਰਕੀਟ ਦੇ ਵਿੱਚ ਆ ਚੁੱਕੇ? ਮੈਂ ਟੇਪਾਂ ਦੇ ਵਿੱਚ 10 ਗੀਤ ਵੀ ਹੁੰਦੇ ਸੀ, ਕਿਸੇ 'ਚ 9 ਵੀ ਹੁੰਦੇ ਸੀ, ਕਿਸੇ 'ਚ 8 ਵੀ ਹੁੰਦੇ ਸੀ ਨਾ। ਅੱਛਾ। ਉਹ ਮੇਰਾ ਖਿਆਲ ਆ ਵੀ ਮੇਰੀਆਂ 16 ਕੁ ਕਿਸ਼ਤਾਂ ਹੋਣਗੀਆਂ, 17 ਵੀ ਹੋ ਸਕਦੀਆਂ ਨੇ ਮੇਰੇ ਲਈ। ਤੇ ਉਸ ਤੋਂ ਬਾਅਦ ਫਿਰ ਸਿੰਗਲ ਟਰੈਕ ਦਾ ਆ ਗਿਆ ਤੇ ਸਾਰਾ ਕੁੱਲ ਮਿਲਾ ਕੇ ਮੇਰਾ ਖਿਆਲ ਆ ਵੀ 200 ਗੀਤ ਮੇਰਾ ਰਿਕਾਰਡ ਹੋਇਆ ਹੋਊਗਾ। ਅੱਛਾ, ਤੁਸੀਂ ਹਾਂ ਸਾਹਿਬ ਦੁਗਾਣੇ ਵੀ ਗਾਏ? ਬਿਲਕੁਲ ਜੀ, ਬਿਲਕੁਲ। ਤੇ ਸੋਲੋ ਵੀ ਗਾਏ? ਬਿਲਕੁਲ ਜੀ, ਬਿਲਕੁਲ। ਦੋਨਾਂ ਤਰ੍ਹਾਂ ਦੇ ਤੁਸੀਂ ਗੀਤ ਗਾ ਕੇ ਦੇਖੇ, ਤੇ ਤੁਹਾਨੂੰ ਜਿਹੜਾ ਵੱਧ ਸਕੂਨ ਮਿਲਿਆ ਉਹ ਕਿਹੜੇ ਗੀਤਾਂ ਦੇ ਵਿੱਚ ਮਿਲਿਆ, ਸੋਲੋ ਗਾਉਣ ਦੇ ਵਿੱਚ ਜਾਂ? ਦੇਖੋ, ਜਿਹੜਾ ਨਾ ਵਧੀਆ ਗੱਲਾਂ ਬਾਤਾਂ ਜਾਂ ਉਹ ਸੋਲੋ 'ਚ ਮੈਨੂੰ ਵੱਧ ਸਕੂਨ ਮਿਲਿਆ। ਤੇ ਉਹ ਸੋਲੋ 'ਚ ਕਾਫੀ ਗਾਇਕੀ ਵੀ ਬੰਦਾ ਵਧੀਆ ਦਿਖਾ ਸਕਦਾ। ਪਰ ਅਸੀਂ ਦੇਖੋ ਬਿਜ਼ਨਸ ਤੌਰ ਤੇ ਪ੍ਰੋਗਰਾਮ ਵੀ ਲਾਉਂਦੇ ਹਾਂ ਨਾ, ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਵੀ ਲਾਉਂਦੇ ਇਹਦਾ ਮਤਲਬ ਕਹਿਣ ਤੁਹਾਡਾ ਮਤਲਬ ਵੀ ਪ੍ਰੋਫੈਸ਼ਨਲ ਪੱਧਰ ਤੇ ਜਿਹੜਾ ਹੈ ਬਿਲਕੁਲ ਵਿਆਹ ਵੀ ਲਾਈਦੇ ਨੇ, ਮੇਲੇ ਵੀ ਲਾਈਦੇ ਨੇ, ਉੱਥੇ ਫਿਰ ਸਾਨੂੰ ਡਿਊਟਾਂ ਦੀ ਲੋੜ ਪੈਂਦੀ ਹੈ। ਇਹਦਾ ਮਤਲਬ ਇਹ ਜਿਹੜੀ ਦੁਗਾਣਾ ਜਿਹੜਾ ਹੈ ਉਹ ਤੁਹਾਡਾ ਪ੍ਰੋਫੈਸ਼ਨਲ ਜਿਹੜੇ ਹੈ ਕਮਰਸ਼ੀਅਲ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਮੈਂ ਇਹ ਦੇਖਿਆ ਵੀ ਜਿਹੜਾ ਮੈਂ ਗੀਤ ਲਿਖਦਾ ਉਹ ਕਾਫੀ ਵਧੀਆ ਹੁੰਦੇ ਨੇ, ਜੇ ਸਿਆਣੇ ਜਿਹੇ ਗੀਤ ਹੁੰਦੇ ਨੇ। ਤੇ ਫਿਰ ਵਿਆਹਾਂ 'ਚ ਕਈ ਵਾਰੀ ਉੱਥੇ ਥੋੜਾ ਜਿਹਾ ਆਮ ਗੱਲਾਂ ਦੀ ਵੀ ਲੋੜ ਹੁੰਦੀ ਹੈ, ਉਹ ਫਿਰ ਡਿਊਟਾਂ 'ਚ ਹੀ ਹੁੰਦੀ ਹੈ। ਸਹੀ ਹੈ। ਤੇ ਤੁਸੀਂ ਉਹ ਕਿਹੜਾ ਗੀਤ ਹੈ ਜਿਹਦੇ ਨਾਲ ਵੀ ਤੁਸੀਂ ਇਹ ਮੰਨਦੇ ਹੋ ਕਿ ਤੁਸੀਂ ਚਰਚਾ ਦੇ ਵਿੱਚ ਆ ਗਏ, ਤੁਹਾਡੀ ਆਪਣੀਆਂ ਜਿਹੜੀਆਂ ਜਿਵੇਂ ਆਪਣੇ ਜ਼ਿਲ੍ਹੇ ਦੀਆਂ ਹੱਦਾਂ ਟੱਪ ਗਏ, ਤੁਸੀਂ ਪੰਜਾਬ ਨੂੰ ਕ੍ਰਾਸ ਕਰਕੇ ਤੇ ਦੂਸਰੀਆਂ ਤੱਕ ਤੁਸੀਂ ਦੇਸ਼ ਵਿਦੇਸ਼ ਤੱਕ ਚਰਚਾ ਹੋਈ, ਉਹ ਕਿਹੜਾ ਗੀਤ ਸੀ? ਉਹ ਟੇਪ ਮੇਰੀ ਲਹੂ ਨਾਲ ਲਿਖੇ ਖਤ ਪੂਰੀ ਟੇਪ, ਉਹਦੇ 'ਚ ਤਾਂ ਉਦੋਂ 9 ਗੀਤ ਸੀ, 9 ਹੀ ਰਾਈਟਰ ਸੀ, ਪੂਰੇ ਪੰਜਾਬ ਦੇ ਚੋਟੀ ਦੇ ਰਾਈਟਰ 9 ਗੀਤ ਸੀ। ਉਹ ਤਾਂ ਫਿਰ ਸਾਰੇ ਗੀਤ ਸੁਪਰ ਹਿੱਟ ਹੋਏ ਨੇ, 9 ਹੀ ਗੀਤ ਹੋਏ ਨੇ। ਅੱਛਾ। ਤੇ ਇਹਦੇ ਵਿੱਚ ਜਿਹੜਾ ਜਿਵੇਂ ਲੱਗਦਾ ਹੈ ਕਿ ਲਹੂ ਨਾਲ ਭਿੱਜੇ ਖਤ, ਇਸ ਤਰ੍ਹਾਂ ਜਿਹੜੀ ਲੱਗਦਾ ਜਿਵੇਂ ਕਿ ਇਹ ਸੋਗਮਈ ਜੇ ਤੇ ਦਰਦ ਨਾਲ ਵੀ ਇਸ ਤਰ੍ਹਾਂ ਦਰਦ ਭਰੇ ਗੀਤ? ਸਿੱਧੂ ਸਾਹਿਬ ਉਦੋਂ ਦੌਰ ਹੀ ਕੁਛ ਐਸਾ ਸੀਗਾ, ਸੈਡ ਸੌਂਗਾਂ ਦਾ ਰਿਵਾਜ ਕਹਿ ਲਓ, ਹੈਨਾ। ਤੇ ਉਹਦੇ 'ਚ ਵੀ ਤਕਰੀਬਨ ਸਾਰੇ ਸੈਡ ਸੌਂਗ ਸੀ, ਇੱਕ ਦੋ ਗੀਤ ਹੀ ਹੋਰ ਸੀਗੇ ਜਿਹੜੇ ਵੀ ਇਸ ਤਰ੍ਹਾਂ ਸੀ ਵੀ ਲੋਕ ਤਾਂ ਸਟਾਈਲ ਜਾਂ ਹੋਰ। ਉਹਦੇ 'ਚੋਂ ਤੁਹਾਡੇ ਕੋਈ ਦਿਮਾਗ ਦੇ ਵਿੱਚ ਇਸ ਟਾਈਮ ਗਾਣਾ ਆ ਰਿਹਾ ਹੋਵੇ ਤਾਂ ਦੋ ਸ਼ਬਦ ਸਾਂਝੇ ਕਰੋ, ਵਾਹ ਦਰਸ਼ਕ ਕਿਉਂਕਿ ਸਾਰੇ ਚਾਹਣਗੇ ਕਿ ਕੌਣ ਹਾਜੀ ਵਿੱਚ ਨੇ ਤੇ ਜਦੋਂ ਤੁਹਾਡੀ ਆਵਾਜ਼ ਨਾ ਸੁਣਨ। ਬਿਲਕੁਲ, ਮੈਂ ਤੁਹਾਨੂੰ ਦੱਸਦਾ ਵੀ ਉਹ ਟੇਪ ਆਉਣ ਤੋਂ ਪਹਿਲੇ ਗੀਤ ਬੜਾ ਸੁਪਰ ਹਿੱਟ ਹੋ ਗਿਆ ਸਟੇਜਾਂ ਤੇ। ਅੱਛਾ। ਉਸਤਾਦ ਰਾਈਟਰ ਬਾਪੂ ਦੇਵ ਸਾਹਿਬ ਦਾ, ਦੇਵ ਤਰੀਕਾਂ ਵਾਲੇ ਦਾ, ਉਹਨਾਂ ਦਾ ਲਿਖਿਆ ਸੀਗਾ ਉਹ, ਤੇ ਉਹ ਮੈਂ ਤੁਹਾਨੂੰ ਸੁਣਾਉਣਾ ਜੀ। ਐ ਮੈਂ ਉਤਲੇ ਮਨੋਂ ਸੀ ਸਾਡੀ ਵੈਰ ਨੇ, ਵਿੱਚੋਂ ਹੋਰ ਥਾਂ ਮੁਹੱਬਤਾਂ ਤੂੰ ਪਾ ਲੀਆਂ। ਐਵੇਂ ਉਤਲੇ ਮਨੋਂ ਸੀ ਸਾਡੀ ਵੈਰ ਨੇ, ਵਿੱਚੋਂ ਹੋਰ ਥਾਂ ਮੁਹੱਬਤਾਂ ਤੂੰ ਪਾ ਲੀਆਂ। ਹੁਣ ਕਿਹੜਾ ਬਣ ਗਈ ਤੂੰ ਰੱਬ ਨੀ, ਹੁਣ ਕਿਹੜਾ ਬਣ ਗਈ ਤੂੰ ਰੱਬ ਨੀ, ਅੱਖਾਂ ਸਾਡੇ ਜੋ ਸ਼ਰੀਕਾਂ ਨਾਲ ਲਾ ਲੀਆਂ। ਹੁਣ ਕਿਹੜਾ ਬਣ ਗਈ ਤੂੰ ਰੱਬ ਨੀ, ਅੱਖਾਂ ਸਾਡੇ ਜੋ ਸ਼ਰੀਕਾਂ ਨਾਲ ਲਾ ਲੀਆਂ। ਬਹੁਤ ਦੇਵ ਤਰੀਕਾਂ। ਹਾਂ ਬਿਲਕੁਲ ਜੀ, ਇਹਨਾਂ ਗੀਤਾਂ ਨੇ ਜਿਹੜੀ ਉਹ ਪੂਰੀ ਦੁਨੀਆ 'ਚ ਭਗਵਾਨ ਹੰਸ ਨੂੰ ਪਹੁੰਚਾਤਾ ਜੀ। ਭਗਵਾਨ ਹੰਸ ਬਣ ਗਿਆ। ਤੇ ਬੜੇ ਇਹਦੇ 'ਚੋਂ ਕਾਫੀ ਗੀਤ ਸੀ, ਧਰਮ ਕਮੈਣਾ ਦਾ ਸਾਹਿਬ ਦਾ ਸੀਗਾ। ਅੱਛਾ। ਫੋਨ ਸੋਹਣੇ ਦਾ ਕੈਨੇਡਾ ਵਿੱਚੋਂ ਆਇਆ, ਬੜਾ ਹਿੱਟ ਹੋਇਆ ਸਟੇਜਾਂ ਤੇ। ਅੱਛਾ। ਹਾਂ। ਤੇ ਇਹਦੇ ਨਾਲ ਤੁਸੀਂ ਵੀ ਜਦੋਂ ਇਸ ਸਫ਼ਰ ਦੇ ਦੌਰਾਨ, ਹਾਂਜੀ, ਗਾਇਕੀ ਦੇ ਦੌਰਾਨ ਤੁਹਾਡੇ ਬਹੁਤ ਵੀ ਇਸ ਤਰ੍ਹਾਂ ਕੋਈ ਜ਼ਿਆਦਾ ਜੁੜੀਆਂ ਹੁੰਦੀਆਂ, ਕੋਈ ਮਿੱਠੇ ਕੌੜੇ ਤਜਰਬੇ ਹੁੰਦੇ ਆ, ਉਹਨਾਂ ਦਾ ਕੋਈ ਸਾਂਝਾ ਕਰੋ ਕਿਸੇ ਤਰ੍ਹਾਂ ਦਾ। ਕੋਈ ਰਿਕਾਰਡਿੰਗ ਦੇ ਟਾਈਮ 'ਚ ਕਈ ਚੀਜ਼ਾਂ ਹੁੰਦੀਆਂ ਕਿ ਕਈ ਜਿਹੜੀਆਂ ਸਾਡੇ ਕੁਝ ਤਾਂ ਚੰਗੀਆਂ ਵੀ ਹੁੰਦੀਆਂ, ਮਾੜੀਆਂ ਵੀ ਹੁੰਦੀਆਂ। ਬਿਲਕੁਲ, ਕੁਝ ਮਿੱਠੀਆਂ ਯਾਦਾਂ ਹੁੰਦੀਆਂ, ਕੋਈ ਕੌੜੀਆਂ ਯਾਦਾਂ ਹੁੰਦੀਆਂ, ਉਹਨਾਂ ਦੇ ਵਿੱਚੋਂ ਕੋਈ ਇਸ ਤਰ੍ਹਾਂ ਸਾਂਝੀ ਕਰੋ ਦਰਸ਼ਕਾਂ ਨਾਲ। ਹਾਂ, ਬੜੀਆਂ ਯਾਦਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜੀ। ਮੈਂ ਤੁਹਾਨੂੰ ਦੱਸਦਾ ਵੀ ਇੱਕ ਵਾਰੀ, ਹਾਂ, ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਮੈਨੂੰ ਜਸਵਾਲ ਸਾਹਿਬ ਨੇ ਬੁਲਾਇਆ। ਅੱਛਾ। ਉਹ ਮੇਰੇ ਸਾਨੂੰ ਤਾਂ ਨਹੀਂ ਯਾਦ, ਉਹ ਇਹ ਟੇਪ ਆਉਣ ਤੋਂ ਪਹਿਲਾਂ ਦੀਆਂ ਗੱਲਾਂ ਨੇ। ਅੱਛਾ। ਮਾਨਕ ਸਾਹਿਬ ਦਾ ਸਨਮਾਨ ਸੀ। ਅੱਛਾ। ਮਾਨਕ ਸਾਹਿਬ ਦਾ ਸਨਮਾਨ ਸੀ ਉਸ ਮੇਲੇ ਤੇ। ਤੇ
ਉੱਥੇ ਮੈਨੂੰ ਬੁਲਾਇਆ ਤਾਂ ਮੈਂ ਗਿਆ ਜੀ, ਤੇ ਮਜੀਸ਼ਨ ਉਹਨਾਂ ਦੇ ਸੀਗੇ, ਦਰਸ਼ਨ ਬੜੀ ਸਾਹਿਬ ਜਿਹੜੇ ਸੀ, ਉਹ ਸਟੇਜ ਸੈਕਟਰੀ ਸੀ। ਮੈਨੂੰ ਜਦੋਂ ਟਾਈਮ ਮਿਲਿਆ ਤਾਂ ਉਹ ਜਿਹੜਾ ਹਾਰਮੋਨੀਅਮ ਵਜਾ ਰਿਹਾ ਸੀਗਾ, ਉਹ ਕਿਤੇ ਸਾਰਾ ਦਿਨ ਤੇ ਵਜਾਉਂਦੇ ਨੇ ਵਿਚਾਰੇ, ਥੱਕ ਤੋਂ ਵਜਾਉਂਦੇ ਨੇ, ਉਹ ਪਤਾ ਨਹੀਂ ਕਿੱਧਰ ਚਲੇ ਗਿਆ ਜੀ ਉੱਠ ਕੇ। ਅੱਛਾ। ਪਤਾ ਨਹੀਂ ਪਾਣੀ ਪੀਣ ਚਲੇ ਗਿਆ, ਪਤਾ ਨਹੀਂ ਕਿੱਥੇ ਚਲੇ ਗਿਆ, ਉਹ ਚਲੇ ਗਿਆ, ਹਾਰਮੋਨੀਅਮ ਵਜਾਉਣ ਵਾਲਾ ਹੈ ਨਾ। ਤੇ ਦਰਸ਼ਨ ਬੜੀ ਸਾਹਿਬ ਉਹ ਕਹੀ ਜਾਣ ਵੀ ਮੈਂ ਉਦੋਂ ਤਾਂ ਮੁੰਡਾ ਸੀਗਾ, ਪੁਰਾਣੀਆਂ ਗੱਲਾਂ ਨੇ, ਤੇ ਵੀ ਭਾਈ ਕੋਈ ਕਿਸੇ ਨੂੰ ਹਾਰਮੋਨੀਅਮ ਆਉਂਦਾ ਤਾਂ ਇਹਦਾ ਨਾ ਵਜਾਓ। ਸਾਹਮਣੇ ਥੱਲੇ ਸਦੀਕ ਸਾਹਿਬ ਬੈਠੇ ਸੀਗੇ। ਅੱਛਾ। ਉਹ ਜੀ ਛਾਲ ਮਾਰ ਕੇ ਉੱਪਰ ਚੜੇ ਸਟੇਜ ਤੇ ਸਦੀਕ ਸਾਹਿਬ, ਤੇ ਉਹਨਾਂ ਨੇ ਮੇਰੇ ਨਾਲ ਹਾਰਮੋਨੀਅਮ ਵਜਾਇਆ। ਮੈਂ ਕਿਹਾ ਐਸਾ ਸਵਾਦ ਆਇਆ ਜੀ, ਇੰਨਾ ਸੁਪਰ ਹਿੱਟ ਮੇਰਾ ਗੀਤ ਉੱਥੇ ਗਿਆ। ਉਹ ਚਰਖਾ ਵੀ ਯਾਦ ਕਰਿਓ, ਮੇਰੀ ਟੀਸਰੀ ਚ ਇੱਕ ਟੇਪ ਆਈ ਸੀ ਉਦੋਂ ਪਹਿਲਾਂ। ਅੱਛਾ। ਚਰਖਾ ਵੀ ਯਾਦ ਕਰੇ ਤੈਨੂੰ ਮੇਰੇ ਹਾਣੀਆਂ, ਚਰਖਾ ਵੀ ਯਾਦ ਕਰੇ ਤੈਨੂੰ ਮੇਰੇ ਹਾਣੀਆਂ, ਹੋ ਗਈਆਂ ਪੁਰਾਣੀਆਂ ਪ੍ਰੇਮ ਕਹਾਣੀਆਂ। ਚਰਖਾ ਵੀ ਯਾਦ ਕਰੇ, ਚਰਖਾ ਵੀ ਯਾਦ ਕਰੇ। ਵਾਹ। ਇਹਦੇ ਨਾਲ ਇਹ ਤੁਹਾਡੀ ਬੜੀ ਇੱਕ ਮਿੱਠੀ ਜਿਹੜੀ ਯਾਦ ਹੈ, ਤੁਸੀਂ ਜਿਹੜੀ ਭੁੱਲ ਨਹੀਂ ਸਕਦੀ, ਕਿਉਂਕਿ ਇੱਕ ਇਸ ਤਰ੍ਹਾਂ ਦੇ ਵੱਡੇ ਸਟਾਰ ਨੇ ਆ ਕੇ ਤੁਹਾਡੇ ਨਾਲ ਸਾਥ ਦੇਣਾ ਸਾਈਜ਼ ਦੇ ਉੱਤੇ। ਨਹੀਂ ਤਾਂ ਲੋਕ ਇਹ ਸੋਚਦੇ ਇਹਦਾ ਮਤਲਬ ਉਹਨਾਂ ਦੀ ਵੀ ਇਹ ਬਹੁਤ ਵੱਡੀ, ਉਹਨਾਂ ਦਾ ਕਿੱਡਾ ਵੱਡਾ ਕੱਦ ਸੀ ਤੇ ਉਹਨਾਂ ਨੇ ਕੱਦ ਹੋਰ ਉੱਚਾ ਹੋਇਆ। ਬਿਲਕੁਲ ਜੀ। ਮੈਂ ਤੁਹਾਨੂੰ ਹੋਰ ਦੱਸਾਂ, ਇੱਕ ਹੋਰ ਮੇਰੀ ਯਾਦ ਆਈ ਗੱਲ, ਇਹੀ ਪੰਜਾਬੀ ਅਕੈਡਮੀ ਦਾ ਪ੍ਰੋਗਰਾਮ ਸੀ ਦਿੱਲੀ। ਅੱਛਾ। ਫਿੱਕੀ ਆਡੀਟੋਰੀਅਮ ਦੇ ਵਿੱਚ, ਤੇ ਉੱਥੇ ਮੁੱਖ ਮਹਿਮਾਨ ਉਸ ਵੇਲੇ ਦੇ ਉਪ ਰਾਸ਼ਟਰਪਤੀ ਜੀ ਸੀਗੇ, ਨਾਮ ਤਾਂ ਮੈਂ ਨਹੀਂ ਯਾਦ ਰਿਹਾ ਮੇਰੇ ਕੋਲ। ਤੇ ਉੱਥੇ ਮੈਂ, ਸੁਰਿੰਦਰ ਕੌਰ ਮਹਾਨ ਗਾਇਕਾ ਹੁਣ ਦੁਨੀਆ 'ਚ ਨਹੀਂ ਹੈਗੇ, ਉਹ ਤੇ ਅਸ਼ੋਕ ਮਸਤੀ, ਉਹ ਵੀ ਮੇਰੇ ਵਰਗਾ ਹੀ ਉਦੋਂ ਨਵਾਂ ਸੀ ਉਹ, ਤੇ ਇਧਰੋਂ ਪੰਜਾਬ 'ਚੋਂ ਮੈਨੂੰ ਸੱਦਿਆ ਹੋਇਆ ਸੀ। ਅੱਛਾ। ਅਸੀਂ 3 ਕਲਾਕਾਰ, ਤੇ ਮੈਨੂੰ ਕਹਿੰਦੇ ਵੀ ਪਹਿਲਾਂ ਤੁਸੀਂ ਵੀ 2 ਗੀਤ ਪੇਸ਼ ਕਰਕੇ ਫਿਰ ਤੁਸੀਂ ਡਰੈਸ ਚੇਂਜ ਕਰਕੇ ਫੇਰ ਆਉਣਾ, ਉਹਨਾਂ ਚਿਰ ਵੀ ਬਾਅਦ 'ਚ ਪਹਿਲਾਂ ਕਿਸੇ ਨੂੰ ਹੋਰ ਲਾਉਣੇ ਬਚਦੀ। ਮੈਂ ਜੀ ਜਦੋਂ 2 ਗੀਤ ਗਾ ਕੇ ਆਪਦੇ ਥੱਲੇ ਉਹ ਬਣਾਇਆ ਸੀ ਡਰੈਸ, ਉੱਥੇ ਚੇਂਜ ਕਰਨ ਗਿਆ, ਤੇ ਇੱਕ ਸਰਦਾਰ ਸਾਹਿਬ ਜਿਨ੍ਹਾਂ ਦੀ ਪਰਸਨੈਲਿਟੀ ਤੋਂ ਪਤਾ ਲੱਗਦਾ ਸੀ ਕੋਈ ਬੜੇ ਅਮੀਰ, ਮੇਰੇ ਖਿਆਲ ਵਿੱਚ ਅੱਧਾ ਕਿਲੋ ਤਾਂ ਸੋਨਾ ਪਾਇਆ ਹੋਣਾ ਜੀ ਉਸ ਬੰਦੇ ਨੇ, ਉਹ ਪਿੱਛੇ ਆ ਗਏ ਮੇਰੇ। ਅੱਛਾ। ਮੈਨੂੰ ਕਹਿੰਦੇ ਵੀ ਅਮੀਰ ਆਦਮ ਹੁੰਦੇ ਹੋ। ਮੈਂ ਉਦੋਂ ਜਵਾਕ ਸੀਗਾ ਜੀ, ਮੇਰਾ ਖਿਆਲ ਵੀ 21 ਸਾਲ ਦੀ ਮੇਰੀ ਉਮਰ ਸੀਗੀ, ਤੇ ਮੈਂ ਮਹਿਸੂਸ ਕਰ ਗਿਆ। ਮੈਂ ਕਿਹਾ ਕੀ ਗੱਲ, ਕੀ ਅਮੀਰ ਆਲਮ ਬੰਦੇ ਨਹੀਂ ਹੁੰਦੇ? ਮੈਨੂੰ ਐਂ ਜੇ ਲੱਗਿਆ ਵੀ ਖਾਨੀ ਮੇਰਾ ਰੰਗ ਰੂਮ ਜਿਹਾ ਦੇਖ ਕੇ ਕਹਿੰਦਾ। ਅੱਛਾ। ਹਾਸੇ ਵਾਲੀ ਗੱਲ ਆ ਸੀ। ਮੈਂ ਉਹਦੇ 'ਚ ਨਹੀਂ ਪੁੱਠਾ ਬੋਲਿਆ ਜੀ ਉਹਨੂੰ ਵੀ ਕੀ ਗੱਲ ਯਾਰ, ਅਮੀਰ ਆਲਮ ਬੰਦੇ ਨਹੀਂ। ਤੇ ਉਹ ਕਹਿੰਦਾ ਨਹੀਂ ਭਰਾਵਾ, ਗੱਲ ਇਹ ਹੋਣੀ, ਪਰ ਜਿਹੜੀ ਗਾਇਕੀ ਤੇਰੀ ਆ ਨਾ, ਉਹ ਭਰਾਵਾ ਹਰ ਇੱਕ ਬੰਦੇ ਦੀ ਉਸ ਤਰ੍ਹਾਂ ਦੀ ਨਹੀਂ ਹੁੰਦੀ। ਮੈਂ ਤੇਰੀ ਗਾਇਕੀ ਦੀ ਤਾਰੀਫ ਕਰਦਾ। ਕਈ ਵੀ ਇਸ ਤਰ੍ਹਾਂ ਦੀ ਗੱਲਾਂ ਹੋ ਜਾਂਦੀਆਂ ਨੇ। ਤੇ ਕੋਈ ਇਸ ਟਾਈਮ ਦਰਮਿਆਨ, ਕਿਉਂਕਿ ਹਰ ਇੱਕ ਵਿਅਕਤੀ ਨਾਲ ਹੁੰਦਾ, ਕਿਉਂਕਿ ਜਦੋਂ ਸੰਘਰਸ਼ ਦੇ ਵਿੱਚੋਂ ਨਿਕਲਦਾ ਜਾਂ ਨਵਾਂ ਕਿਸੇ ਵੀ ਫੀਲਡ ਦੇ ਵਿੱਚ ਆਉਂਦਾ, ਤੇ ਜਦੋਂ ਤੁਸੀਂ ਇਸ ਫੀਲਡ 'ਚ ਆਏ ਤਾਂ ਕੋਈ ਤੁਹਾਡੇ ਨਾਲ ਇਸ ਤਰ੍ਹਾਂ ਦੇ ਵੀ ਵਾਪਰਿਆ ਹੋਣਾ ਘਟਨਾ, ਇਨਸੀਡੈਂਟ, ਕੋਈ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਆਮ ਕਰਕੇ, ਕਈ ਜਿਹੜੇ ਲੋਕ ਆਮ ਜਨਤਾ ਜੀ ਸ਼ੋਸ਼ਣ ਵੀ ਕਰਦੀ ਹੈ ਕਲਾਕਾਰਾਂ ਦਾ, ਜਾਂ ਉਹਨਾਂ ਨਾਲ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਹੁੰਦਾ ਕਿ ਉਹ ਜਿਹੜੀ ਕੌੜੀ ਯਾਦ ਹੁੰਦੀ ਹੈ, ਕੋਈ ਇਸ ਤਰ੍ਹਾਂ ਦੀ ਵੀ ਕੋਈ ਹੋਵੇ ਕਦੇ ਵਾਪਰੀ? ਉਹ ਸਿੱਧੂ ਸਾਹਿਬ ਗੱਲ ਇਹ ਆ ਵੀ ਇੱਕ ਤਾਂ ਮੈਨੂੰ 19 ਸਾਲ ਦੇ ਨੂੰ ਸਰਵਿਸ ਮਿਲ ਗਈ ਸੀ, ਇੱਕ ਤਾਂ ਮੈਂ ਸਰਵਿਸ ਕਰਦਾ ਸੀ, ਤੇ ਮੇਰੇ ਨਾਲ ਇਸ ਤਰ੍ਹਾਂ ਨਹੀਂ ਵਾਪਰੀ ਵੀ ਮੇਰਾ ਕਹਿਣ ਦਾ ਮਤਲਬ ਵੀ ਸਿੱਧਾ ਆਪ ਹੀ ਕੰਮ ਕਰਨ ਲੱਗ ਗਿਆ। ਮੈਂ ਆਮ ਤੌਰ ਤੇ ਉਦੋਂ ਇਹ ਹੁੰਦਾ ਸੀ ਵੀ ਕੋਈ ਵੀ ਸਿੰਗਰ ਨਵਾਂ ਗਾਉਂਦਾ, ਉਹ ਕਿਸੇ ਪੁਰਾਣੇ ਸਿੰਗਰ ਨਾਲ ਸਾਈਡ ਤੇ ਜਾਂਦਾ ਹੁੰਦਾ ਸੀ, ਉਦੋਂ ਹੋ ਸਕਦਾ ਸੀ। ਮੈਂ ਸਿੱਧਾ ਆਪ ਹੀ ਕੰਮ ਕਰਨ ਲੱਗਿਆ, ਇਸ ਕਰਕੇ ਮੇਰੇ ਨਾਲ ਨਹੀਂ ਇਸ ਤਰ੍ਹਾਂ ਦਾ ਨਹੀਂ ਵਾਪਰਿਆ। ਇਹਦਾ ਮਤਲਬ ਇਹ ਹੈ ਕਿ ਤੁਸੀਂ ਖੁਦ ਜਿਹੜੇ ਆ ਆਪ ਫਾਈਨੈਂਸ਼ੀਅਲ ਤੌਰ ਤੇ, ਬਿਲਕੁਲ ਜੀ, ਵੀ ਉਹਨੇ ਵੀਕ ਨਹੀਂ ਸੀ, ਇਸ ਕਰਕੇ ਤੁਸੀਂ ਜਿਹੜੀ ਸਪੋਰਟ ਹੈ ਉਹ ਤੁਹਾਨੂੰ ਬਿਲਕੁਲ ਜੀ, ਬਿਲਕੁਲ ਇਸ ਤਰ੍ਹਾਂ ਪ੍ਰੋਗਰਾਮ ਸਿੱਧੇ ਲਾਉਣ ਲੱਗ ਗਿਆ ਸੀ ਮੈਂ। ਅੱਛਾ, ਕਿੰਨੀਆਂ ਗਾਇਕਾਵਾਂ ਨਾਲ ਤੁਸੀਂ ਹੁਣ ਤੱਕ ਗਾਇਆ? ਮੈਂ ਦੇਖੋ ਜੀ, ਸੁਦੇਸ਼ ਕੁਮਾਰੀ ਨਾਲ ਵੀ ਗਾਇਆ। ਅੱਛਾ। ਤੇ ਮੈਂ 6 ਮਹੀਨੇ ਕੁਲਦੀਪ ਕੌਰ ਨਾਲ ਵੀ ਗਾਇਆ, ਬੜਾ ਵਧੀਆ ਸਾਡਾ ਸੈੱਟ ਰਿਹਾ। ਅੱਛਾ। ਤੇ ਮੈਂ ਕੁਝ ਕੁੜੀਆਂ ਨੂੰ ਮਾਰਕੀਟ ਦੇ ਵਿੱਚ ਵੀ ਲੈ ਕੇ ਆਇਆ, ਜਿਵੇਂ ਰਾਜਵਿੰਦਰ ਪਟਿਆਲਾ, ਉਹਨੂੰ ਮਾਰਕੀਟ 'ਚ ਮੈਂ ਲੈ ਕੇ ਆਇਆ। ਅੱਛਾ। ਸਾਡੀ ਬੜੀ ਵਧੀਆ ਟੇਪ ਆਕੜਾਂ 'ਚ ਕੀ ਰੱਖਿਆ, ਜੇ ਆਵਾਜ਼ ਰਣਜੀਤ ਕੌਰ ਨਾਲ ਮੇਲ ਖਾਂਦੀ ਹੈ। ਬਿਲਕੁਲ, ਉਹਨਾਂ ਨੂੰ ਮਾਰਕੀਟ 'ਚ ਮੈਂ ਹੀ ਲੈ ਕੇ ਆਇਆ। ਅੱਛਾ। ਫਿਰ ਇੱਕ ਅੱਜ ਕੱਲ ਕੁੜੀ ਹਰਮਨ ਹੈ, ਉਹ ਮੋਗੇ ਤੋਂ,
ਮੀਤ ਬਰਾੜ ਨਾਲ ਉਹਦੀ ਹਾਂ, ਮਿਸਟਰ ਹਰਮਨ। ਉਹਨੂੰ ਵੀ ਮਾਰਕੀਟ 'ਚ ਮੈਂ ਹੀ ਲੈ ਕੇ ਆਇਆ। ਅੱਛਾ। ਇਸ ਤਰ੍ਹਾਂ ਕੁਝ ਕੁੜੀਆਂ ਨੂੰ ਵੀ ਮਾਰਕੀਟ 'ਚ ਮੈਂ ਲੈ ਕੇ ਆਇਆ ਜਿਨ੍ਹਾਂ ਦਾ ਹੁਣ ਚੰਗਾ ਨਾਂ ਆ, ਤੇ ਕੁਝ ਗੀਤਕਾਰਾਂ ਨੂੰ ਵੀ ਮਾਰਕੀਟ 'ਚ ਮੈਂ ਲੈ ਕੇ ਆਇਆ, ਅੱਛਾ। ਜਿਵੇਂ ਗਿੱਲ ਕੋਈ ਵਾਲਾ ਅੱਛਾ। ਅਜਮੇਰ ਘਰਾਚੋਂ ਸੀ, ਅੱਛਾ। ਸੁਖਵਿੰਦਰ ਆਜ਼ਾਦ ਤੇ ਨਵੇਂ ਗੀਤਕਾਰਾਂ ਤੁਸੀਂ ਬਿਲਕੁਲ ਜੀ, ਕੀਤੇ। ਬਿਲਕੁਲ। ਤੇ ਤੁਹਾਨੂੰ ਉਦੋਂ ਰਿਸਕ ਨਹੀਂ ਲੱਗਿਆ ਵੀ ਯਾਰ ਹਾਂ। ਮੈਂ ਨਵੇਂ ਗੀਤਕਾਰਾਂ ਦੇ ਗੀਤ ਗਾ ਰਿਹਾ ਤੇ ਜੇ ਇਹ ਨਾ ਚੱਲੇ ਤੇ ਉਹਨਾਂ 'ਚੋਂ ਮੇਰਾ ਗਿੱਲ ਨੁਕਸਾਨ ਮਹਿਲਾ ਵਾਲਾ ਵੀ ਹੈਗਾ। ਅੱਛਾ। ਤੇ ਅੱਜ ਕੱਲ੍ਹ ਉਹ ਸਥਾਪਿਤ ਗੀਤਕਾਰ ਨੇ। ਅੱਛਾ। ਮੇਰਾ ਸ਼ਗਿਰਦਾ ਪ੍ਰਗਟ ਘੁਮਾਣ ਰੇਤਗੜ੍ਹ, ਉਹ ਮੇਰਾ ਅੱਛਾ। ਚੇਲਾ ਵੀ ਹੈ, ਅੱਛਾ। ਉਹਦੇ ਗੀਤ ਵੀ। ਉਹਦੇ 'ਚ ਪਤਾ ਕੀ ਆ, ਸਿੱਧੂ ਸਾਹਿਬ ਇਉਂ ਸੀ ਵੀ ਮੈਨੂੰ, ਅਸੀਂ ਕੀ ਕਰਦੇ ਉਹਨਾਂ ਦੌਰ ਦੇ ਵਿੱਚ ਪੂਰੇ ਪੰਜਾਬ 'ਚੋਂ ਗੀਤ ਇਕੱਠੇ ਕਰਦੇ। ਹੂੰ। ਦੇਵ ਸਾਹਿਬ ਹੋ ਗਏ, ਧਰਮ ਕਮੈਣਾ ਸਾਹਿਬ ਹੋ ਗਏ, ਹਾਜੀ ਸ਼ਮਸ਼ੇਰ ਸੰਧੂ ਸਾਹਿਬ ਹੋ ਗਏ, ਮਦਨ ਜਲੰਧਰੀ, ਗੁਰਚਰਨ ਵਿਰਕ, ਜਿੰਨੇ ਵੀ ਪੰਜਾਬ ਦੇ ਵੱਡੇ ਰਾਈਟਰ ਸਾਰਿਆਂ ਕੋਲੇ ਜਾਂਦੇ ਅਸੀਂ ਗੱਡੀਆਂ ਘੁਮਾਉਂਦੇ ਤੇ ਟੈਚੀ ਭਰ ਕੇ ਗੀਤ ਅਸੀਂ ਇਕੱਠੇ ਕਰਦੇ ਜੀ। ਤੇ ਮੈਂ ਤੁਹਾਨੂੰ ਦੱਸਦਾ ਵੀ ਕਈ ਵਾਰੀ ਗੀਤ ਨਹੀਂ ਮਿਲਦੇ, ਟੈਚੀ ਤਾਂ ਭਰ ਜਾਂਦਾ ਹਾਂ, ਪਰ ਉਹਦੇ ਚੋਂ ਚੰਗਾ ਗੀਤ ਨਹੀਂ ਹਾਂ ਮਸਾਂ ਲੱਭਦੇ। ਫਿਰ ਮੇਰੀ ਜਿਹੜੀ ਸੋਚ ਸੀ, ਉਹ ਗੀਤਕਾਰ ਚਾਹੇ ਪੁਰਾਣਾ ਹੋਵੇ ਚਾਹੇ ਨਵਾਂ ਹੋਵੇ, ਜਿਹੜੀ ਗੱਲ ਮੈਨੂੰ ਜੱਚ ਗਈ ਮੈਂ ਉਹ ਕਰਾਉਂਦਾ ਹੁੰਦਾ ਸੀ। ਉਹ ਫਿਰ ਉਸ ਤੋਂ ਤਾਂ ਹੀ ਉਹ ਗੀਤਕਾਰ ਹੁਣ ਪੂਰੇ ਵਧੀਆ ਹੈਗੇ ਨੇ ਜੀ। ਤੇ ਤੁਸੀਂ ਇਸ ਜਿਹੜਾ ਦੁਗਾਣਿਆਂ ਦੇ ਵਿੱਚੋਂ ਤੁਹਾਡਾ ਜਿਹੜਾ ਵਧੀਆ ਜਿਹੜਾ ਦੁਗਾਣਾ ਤੁਸੀਂ ਕਿਹਦੇ ਨਾਲ ਤੁਹਾਡਾ ਹਿੱਟ ਹੋਇਆ? ਦੁਗਾਣੇ ਸਟੇਜਾਂ ਤੇ ਤਾਂ ਦੇਖੋ ਮੈਂ ਸਟੇਜਾਂ ਤੇ ਹਾਂ, ਪਹਿਲਾਂ ਸਿੱਧੂ ਸਾਹਿਬ ਮੈਂ ਸੋਲੋ ਹਿੱਟ ਹੋਇਆ ਮਾਰਕੀਟ ਦੇ ਵਿੱਚ, ਸੋਲੋ ਹਿੱਟ ਹੋਇਆ ਤੇ ਸਟੇਜਾਂ ਤੇ ਗਾਉਣਾ, ਡਿਊਟ ਗਾਉਣਾ ਵਿਆਹਾਂ ਬੂਹਾਂ ਦੇ ਵਿੱਚ ਹੋਰ ਉਹ ਮਜਬੂਰੀ ਸੀਗੀ। ਥੋੜੀ ਜਿਹੀ ਰੋਮਾਂਟਿਕਤਾ ਹੁੰਦੀ ਹੈ, ਥੋੜਾ ਜਿਹਾ ਨੱਚਣ ਟੱਪਣ ਹੁੰਦਾ ਦੋ ਗਾਣਿਆਂ ਦੇ ਵਿੱਚ। ਕਈ ਵਾਰੀ ਜਿਹੜੇ ਸੋਲੋ ਗੀਤ ਨੇ ਉੱਥੇ ਵੀ ਦੋ ਗੱਲਾਂ ਨੇ। ਹਾਂਜੀ। ਇੱਕ ਹੈ ਕਿ ਵੀ ਜਿਹੜੀਆਂ ਗਾਉਣ ਵਾਲੀਆਂ ਨੇ ਉਹ ਕਈ ਸਟੇਜ ਦੀਆਂ ਧਨੀ ਹੁੰਦੀਆਂ, ਸਟੇਜ ਤੇ ਬਹੁਤ ਅੱਛੀ ਪਰਫਾਰਮੈਂਸ ਹੁੰਦੀ ਹੈ ਪਰ ਉਹ ਵਧੀਆ ਗਾਇਕਾਂ ਨਹੀਂ ਹੁੰਦੀਆਂ। ਇੱਕ ਹੁੰਦੀਆਂ ਕਿ ਉਹ ਗਾਇਕ ਬਹੁਤ ਵਧੀਆ ਹੁੰਦੀਆਂ ਪਰ ਸਟੇਜ ਪਰਫਾਰਮੈਂਸ ਤੇ ਉਹਨਾਂ ਦੀ ਜਿਹੜੀ ਹੈ ਲੁੱਕ ਵਾਈਜ਼ ਲਾ ਲਓ ਜਾਂ ਪਰਫਾਰਮੈਂਸ ਵਧੀਆ ਨਹੀਂ ਹੁੰਦੀ। ਤੁਸੀਂ ਬਹੁਤ ਸਾਰੀਆਂ ਗਾਉਣ ਦਾ ਗਾਇਆ ਤੇ ਤੁਹਾਡੀ ਜਿਹੜੀ ਹੈ ਇੱਕ ਹੈ ਵੀ ਤੁਸੀਂ ਪਰਫਾਰਮਰ ਵਜੋਂ ਕਿਹਨੂੰ ਚੰਗਾ ਸਮਾਂ? ਮੈਂ ਹੁਣ ਉਹੀ ਦੱਸਦਾ। ਇੱਥੇ ਕੁੜੀ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ, ਰਾਜਵਿੰਦਰ ਰਾਜੂ। ਹਾਂ, ਉਹ ਮੇਰਾ ਖਿਆਲ ਸ਼ਾਇਦ ਫਿਰੋਜ਼ ਖਾਨ ਤੇ ਹਾਂ ਬਿਲਕੁਲ। ਅੱਜ ਕੱਲ ਉਹ ਫਿਰੋਜ਼ ਖਾਨ ਜਿਹੜਾ ਬਹੁਤ ਵਧੀਆ ਸੁਰੀਲਾ ਫਨਕਾਰ ਆ ਤੇ ਉਹਨਾਂ ਦੀ ਮਿਸਿਜ ਨੇ, ਤੇ ਉਹਨੇ ਮੇਰੇ ਨਾਲ 10-12 ਸਾਲ ਕੰਮ ਕਰਿਆ ਜੀ। ਅੱਛਾ। ਜਿਹੜਾ ਉਹ ਕੰਮ ਅਸੀਂ ਕਰ ਗਏ ਉਹਨਾਂ ਦਿਨਾਂ ਦੇ ਵਿੱਚ, ਉਸ ਤੋਂ ਬਾਅਦ ਫਿਰ ਕੁਲਦੀਪ ਕੌਰ ਨਾਲ ਕੰਮ ਕਰਿਆ। ਚਲੋ ਕੁਲਦੀਪ ਕੌਰ ਵੀ ਮਹਾਨ ਗਾਇਕਾ ਹੈਗੀ ਆ, ਉਹਨਾਂ ਦਾ ਤਜਰਬਾ ਵੱਡਾ। ਉਸ ਤੋਂ ਬਾਅਦ ਉਹਦੇ ਨਾਲ ਵੀ 6 ਮਹੀਨੇ ਮੈਂ ਕੁਲਦੀਪ ਕੌਰ ਨਾਲ ਕੰਮ ਕਰਿਆ। ਤੇ ਉਦੋਂ ਬਾਅਦ ਤਾਂ ਕਈ ਕੁੜੀਆਂ ਨਾਲ ਹੋਰ ਆ, ਪਵਨਜੀਤ ਮੋਗਾ ਉਹਦੇ ਨਾਲ ਹੋਰ। ਪਰ ਜਿਹੜਾ ਰਾਜਵਿੰਦਰ ਰਾਜੂ ਸੀ, ਉਹ ਜ਼ਿਆਦਾ ਉਦੋਂ ਸਾਡਾ ਜੋੜੀ ਹਿੱਟ ਹੋਈ, ਸਮਝ ਲਓ। ਉਹਦੇ ਨਾਲ ਰਿਕਾਰਡਿੰਗ ਤਾਂ ਨਹੀਂ ਮੈਂ ਕਰਾਈ ਕੋਈ, ਪਰ ਸਟੇਜ ਪਰਫਾਰਮੈਂਸ ਸਟੇਜਾਂ ਤੇ ਉਹਨਾਂ ਦਿਨਾਂ 'ਚ ਪ੍ਰੋਮ ਬਹੁਤ ਹੁੰਦੇ ਸੀ, 3 ਪ੍ਰੋਮ ਦਿੰਦੇ ਹੋਣੇ ਹੈ ਜੀ। ਤੇ ਉਹ ਬੜਾ ਵਧੀਆ ਲੱਗਿਆ। ਤੇ ਉਦੋਂ ਚਲੋ ਜਦੋਂ ਕੰਮ ਕਰਦਾ ਬੰਦਾ, 4 ਪੈਸੇ ਵੀ ਆਉਂਦੇ ਨੇ, ਉਹ ਸਾਰਿਆਂ ਨੂੰ ਚੰਗਾ ਲੱਗਦਾ, ਘਰੇ ਵੀ ਚੰਗਾ ਲੱਗਦਾ। ਉਦੋਂ ਤਾਂ ਵਿਆਹ ਵਾਲਾ ਮਾਹੌਲ ਹੁੰਦਾ ਜੀ ਘਰੇ। ਅੱਛਾ, ਹੁਣ ਇਹ ਦੱਸੋ ਵੀ ਤੁਸੀਂ ਗਾਇਕੀ ਦੇ ਫੀਲਡ ਵਿੱਚ ਰਹੇ, ਗਾਇਕੀ ਦੇ ਵਿੱਚ ਫੀਲਡ ਦੇ ਰਹਿੰਦਿਆਂ ਤੁਹਾਨੂੰ ਜਿਵੇਂ ਕਿ ਤੁਹਾਡੀ ਨੌਕਰੀ ਨੇ ਗਾਇਕੀ ਨੂੰ ਤੁਸੀਂ ਕਹਿੰਦੇ ਹੋ ਕਿ ਸਪੋਰਟ ਕੀਤੀ ਹੈ, ਸਪੋਰਟ ਕੀਤੀ ਕਿਉਂਕਿ ਤੁਸੀਂ ਨੌਕਰੀ ਕਰਦੇ ਸੀ, ਤੁਸੀਂ ਇੱਕ ਟੀਚਰ ਵਜੋਂ ਤੁਸੀਂ ਨੌਕਰੀ ਦੇ ਵਿੱਚ ਆਰਟ ਐਂਡ ਕਰਾਫਟ ਟੀਚਰ ਵਜੋਂ ਤੁਸੀਂ ਨੌਕਰੀ ਕਰ ਰਹੇ ਹੋ। ਬਿਲਕੁਲ ਜੀ। ਤੇ ਉਹਦਾ ਤੁਹਾਨੂੰ ਸਪੋਰਟ ਮਿਲੀ। ਹਾਂਜੀ। ਪਰ ਦੂਜੇ ਕੀ ਤੁਹਾਡੀ ਜਿਹੜੀ ਗਾਇਕੀ ਹੈ ਉਸ ਨੇ ਤੁਹਾਡੇ ਇਸ ਜਿਹੜਾ ਹੈਗਾ ਨੌਕਰੀ ਵਾਲਾ ਜਿਹੜੀ ਜ਼ਿੰਦਗੀ ਹੈ ਜਾਂ ਜਿਹੜਾ ਉਹਦਾ ਤੁਹਾਡਾ ਫੀਲਡ ਹੈ, ਕੀ ਉਹਦੇ ਚ ਤੁਹਾਨੂੰ ਨੇ ਕੋਈ ਸਪੋਰਟ ਕੀਤੀ ਹੈ ਕਿਸੇ ਤਰ੍ਹਾਂ ਦੀ? ਉਹਦਾ ਕੋਈ ਤੁਹਾਨੂੰ ਨੌਕਰੀ ਨੇ ਸਿੱਧੂ ਸਾਹਿਬ ਸਪੋਰਟ ਮੈਂ ਕਹਾਂ ਵੀ ਕੀਤੀ ਇਉਂ ਕੀਤੀ ਆ ਵੀ ਮੈਂ ਮਸਤ ਮਲੰਗ ਜਿਹਾ ਬੰਦਾ, ਆਪਦੀ ਮਰਜ਼ੀ ਨਾਲ ਕੰਮ ਕਰਿਆ। ਮੈਂ ਚਾਪਲੂਸੀ ਕਿਸੇ ਦੀ ਨਹੀਂ ਕਰੀ ਤੇ ਨਾ ਕਰ ਸਕਿਆ ਤੇ ਨਾ ਕਰਨੀ ਆ। ਤੇ ਫਿਰ ਨੌਕਰੀ ਨੇ ਮੈਨੂੰ ਬਚਾ ਕੇ ਰੱਖਿਆ। ਜਿਵੇਂ ਲਾਕਡਾਊਨ ਆ, ਇਹਨਾਂ 'ਚ ਵੀ ਕਈ ਕਲਾਕਾਰਾਂ ਦੇ ਬਹੁਤ ਬੁਰੇ ਹਾਲ ਹੋ ਗਏ। ਜਾਂ ਵੀ ਇੱਕ ਮੈਂ ਤੁਹਾਨੂੰ ਹੋਰ ਦੱਸਾਂ, ਲਾਕਡਾਊਨ ਤੋਂ ਪਹਿਲਾਂ ਵੀ ਕੰਮ ਕਿਹੜਾ ਚੱਲਦਾ ਕਲਾਕਾਰਾਂ ਦਾ ਜੀ। ਕਹਿਣ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ, ਕਿੰਨੇ ਕੁ ਪ੍ਰੋਗਰਾਮ ਲੱਗਦੇ ਨੇ, ਤੁਸੀਂ ਵੀ ਵਿਆਹਾਂ 'ਚ ਜਾਂਦੇ ਹੋ, ਉੱਥੇ ਕੀ ਨੱਚਣ ਵਾਲੇ ਹੁੰਦੇ ਨੇ। ਹਾਂਜੀ, ਸਾਡੇ ਗੀਤ ਉੱਥੇ ਚੱਲਦੇ ਹੁੰਦੇ ਨੇ, ਅਸੀਂ ਉੱਥੇ ਬੈਠੇ ਹੁੰਦੇ ਹਾਂ, ਉੱਥੇ ਤੇਲ ਫੂਕ ਕੇ ਜਾਂ ਸ਼ਗਨ ਦੇ ਕੇ ਆ ਜਾਂਦੇ ਹਾਂ ਅਸੀਂ। ਪਹਿਲਾਂ ਵੀ ਨਹੀਂ ਚੱਲਦਾ। ਉਹ ਮੈਨੂੰ ਨੌਕਰੀ ਨੇ ਹੀ ਬਚਾ ਕੇ ਰੱਖਿਆ ਹੋਇਆ, ਨਹੀਂ ਤਾਂ ਕੀ ਪਤਾ ਕੀ ਬੁਰਾ ਹਾਲ ਹੁੰਦਾ। ਨਹੀਂ, ਨੌਕਰੀ ਸਪੋਰਟ ਦੀ, ਪਰ ਤੁਹਾਡੇ ਗਾਇਕੀ ਨੇ ਨੌਕਰੀ ਦੇ ਵਿੱਚ ਵੀ ਤੁਹਾਡੇ ਕੋਈ ਮਾਣ ਸਨਮਾਨ ਸਤਿਕਾਰ ਦੇ ਵਿੱਚ ਤੁਹਾਡੇ ਜਾਂ ਕਿਸੇ ਤਰ੍ਹਾਂ ਦੀ ਸਪੋਰਟ ਕੀਤੀ ਹੈ ਗਾਇਕੀ ਨੇ ਵੀ? ਬਿਲਕੁਲ ਜੀ। ਜਿਹੜਾ ਮੇਰਾ ਹੁਣ ਮਾਣ ਸਤਿਕਾਰ ਹੈ ਮਹਿਕਮੇ 'ਚ ਵੀ ਹੈ, ਸਾਰੇ ਪਾਸੇ ਹੈ। ਮੈਂ ਹਿੱਕ ਤਾਣ ਕੇ ਗੱਲ ਕਰਦਾ ਤੇ ਉਹ ਵੀ ਨੌਕਰੀ ਕਰਕੇ ਹੀ ਹੈ।
ਉਹ ਮਹਿਕਮੇ 'ਚ ਵੀ ਸਤਿਕਾਰ ਤਾਂ ਹੀ ਅਜੇ ਵੀ ਗਾਇਕੀ ਹੈ ਮੇਰੀ। ਜੇ ਗਾਇਕੀ ਨਾ ਹੁੰਦੀ ਹੋ ਸਕਦਾ ਮੇਰਾ ਸਤਿਕਾਰ। ਅੱਛਾ ਚਲੋ, ਇਹ ਜਿਹੜੀ ਗਾਇਕੀ ਦਾ ਖੇਤਰ ਹੈ ਇਹਦੇ ਵਿੱਚ ਤੁਹਾਡੇ ਵਿੱਚ ਜਦੋਂ ਤੁਸੀਂ ਆਪਣਾ ਉਸਤਾਦ ਮੰਨਦੇ ਜੇ ਤੁਸੀਂ ਸਿੱਖਿਆ ਵੀ ਹੋਣਾ ਸ਼ੁਰੂ ਮੁੱਢਲੀ ਸਿੱਖਿਆ ਲਈ ਹੋਣੀ ਹੈ ਸੰਗੀਤ ਦੀ ਗਾਇਕੀ ਦੀ, ਉਹ ਕਿਹਨਾਂ ਤੋਂ? ਹਾਂ, ਉਹ ਮੁਹੰਮਦ ਸਦੀਕ ਸਾਹਿਬ ਦੇ ਤਾਇਆ ਜੀ ਅੱਛਾ ਤੇ ਮਸ਼ਹੂਰ ਸੰਗੀਤਕਾਰ ਅਲੀ ਅਕਬਰ ਮੇਰੇ ਮਿੱਤਰ ਵੀ ਨੇ, ਉਹਨਾਂ ਦੇ ਦਾਦਾ ਜੀ ਜਨਾਬ ਸੂਬੀਆ ਖਾਨ ਸਾਹਿਬ, ਅੱਛਾ, ਉਹ ਉਹ ਮੇਰੇ ਉਸਤਾਦ ਨੇ ਜੀ। ਹੁਣ ਭਾਵੇਂ ਦੁਨੀਆ 'ਚ ਨਹੀਂ ਹੈ ਉਹ, ਉਹਨਾਂ ਦਾ ਪਰ ਜਿਹੜਾ ਆਸ਼ੀਰਵਾਦ ਆ ਉਹ ਹਮੇਸ਼ਾ ਉਹਨਾਂ ਸਾਡੇ ਤੋਂ ਨਾਲ। ਨਹੀਂ। ਬਿਲਕੁਲ ਜੀ, ਉਹਨਾਂ ਦੇ ਚਰਨਾਂ 'ਚ ਬੈਠੇ ਹਾਂ ਜੀ, ਉਹਨਾਂ ਤੋਂ ਫਿਰ ਆਸ਼ੀਰਵਾਦ ਲਿਆ। ਅੱਛਾ, ਤੇ ਇਸ ਸਮੇਂ ਦੇ ਦੌਰਾਨ ਜਦੋਂ ਕਿ ਤੁਸੀਂ ਹੁਣ ਗਾਇਕੀ ਦੇ ਨਾਲ ਵੀ ਜੁੜੇ ਹੋਏ ਹੋ, ਗਾਇਕੀ ਹੁਣ ਵੀ ਤੁਸੀਂ ਕਰ ਰਹੇ ਹੋ, ਤੇ ਉਸ ਤਰ੍ਹਾਂ ਹੀ ਅਜੇ ਵੀ ਤੁਸੀਂ ਜਿਹੜਾ ਰਿਆਜ਼ ਆ ਉਹ ਜਾਰੀ ਰੱਖਦੇ ਹੋ ਜਾਂ ਵੀ ਇੱਕ ਬਣ ਜਾਂਦਾ, ਜਿਵੇਂ ਕਿ ਹੁਣ ਕਈ ਫੀਲਡ ਇਸ ਤਰ੍ਹਾਂ ਦੇ ਹੁੰਦੇ ਆ ਤੁਸੀਂ ਜਦੋਂ ਪੈ ਗਏ ਫਿਰ ਉਹ ਇਸ ਤਰ੍ਹਾਂ ਹੁੰਦਾ ਜਿਵੇਂ ਐਕਸਪੀਰੀਅੰਸ ਇੰਨਾ ਹੋ ਜਾਂਦਾ, ਜ਼ਰੂਰਤ ਨਹੀਂ ਪੈਂਦੀ, ਤੇ ਹੁਣ ਰਿਆਜ਼ ਦੀ ਲੋੜ ਪੈਂਦੀ ਹੈ ਕਿ ਨਹੀਂ ਪੈਂਦੀ? ਦੇਖੋ, ਪਹਿਲਾਂ ਜ਼ਿਆਦਾ ਕਰਿਆ, ਬਹੁਤ ਜ਼ਿਆਦਾ ਕਰਿਆ। ਹਰ ਰੋਜ਼ ਸਵੇਰੇ 4 ਵਜੇ ਉੱਠ ਕੇ 2 ਘੰਟੇ ਲਾਉਣੇ ਤੇ ਬਦਾਮ ਘੋਟ ਘਾਟ ਕੇ ਰਗੜ ਕੇ ਉਹ ਪੀਣੇ, ਹਨਾ। ਉਹ ਹੁਣ ਚ ਤਾਂ ਕੰਮ ਆਉਂਦਾ ਹੋ। ਹੁਣ ਤਜਰਬਾ ਫਿਰ ਇੰਨਾ ਹੋ ਜਾਂਦਾ। ਹੁਣ ਤਾਂ ਕਈ ਵਾਰੀ ਜਿਵੇਂ ਕੁਝ ਗੀਤ ਐਸੇ ਕਰਨੇ ਪੈਂਦੇ ਨੇ ਵੀ ਅੱਜ ਕੋਈ ਹਾਦਸਾ ਹੋ ਗਿਆ, ਜਿਵੇਂ ਆਹੀ ਸੀ ਵੀ ਮੇਰਾ ਕਿ ਸੁਭਾਅ ਹੈਗਾ ਵੀ ਜਿੱਥੇ ਕਿਤੇ ਧੱਕਾ ਹੁੰਦਾ ਉੱਥੇ ਮੈਂ ਬੋਲਦਾ ਜੀ, ਚਾਹੇ ਮੈਨੂੰ ਨੁਕਸਾਨ ਹੀ ਝੱਲਣਾ ਪੈ ਜੇ ਕੋਈ, ਮੈਂ ਉੱਥੇ ਬੋਲਦਾ। ਜਿਵੇਂ ਅਧਿਆਪਕਾਂ ਦਾ ਸੀਗਾ ਮਸਲਾ, ਅਧਿਆਪਕ ਕੁੱਟੇ ਸੀ ਪਟਿਆਲੇ, ਉਹ ਸ਼ਾਮ ਨੂੰ ਬਾਗਾ ਹੋਇਆ ਕੁੱਟੇ ਤੇ ਸਵੇਰ ਨੂੰ ਮੈਂ ਕੀ ਉਹ ਰਿਕਾਰਡਿੰਗ ਤੇ ਚਲੇ ਗਿਆ ਸੀ, ਅਗਲੇ ਦਿਨ ਗੀਤ ਰਿਲੀਜ਼ ਹੋ ਗਿਆ ਜੀ ਵੀਡੀਓ ਬਣ ਕੇ। ਅੱਛਾ, ਇਹਦਾ ਮਤਲਬ ਤੁਸੀਂ ਜਿਹੜੇ ਸੰਘਰਸ਼ੀਲ ਲੋਕ ਹੈ ਉਹਨਾਂ ਦੇ ਹੱਕ ਦੇ ਵਿੱਚ ਵੀ ਤੁਸੀਂ ਭੁਗਤਦੇ ਹੋ। ਤੇ ਮੇਰਾ ਸੁਭਾਅ ਜੀ ਬਿਲਕੁਲ। ਤੇ ਜਿਵੇਂ ਕਿ ਮੌਜੂਦਾ ਵੀ ਹੁਣ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਮਜ਼ਦੂਰ ਸੰਘਰਸ਼ ਚੱਲ ਰਿਹਾ ਹੈ, ਬਿਲਕੁਲ ਇਹਨੂੰ ਤੁਸੀਂ ਕਿਸ ਨਜ਼ਰਾਂ ਨਾਲ ਦੇਖਦੇ ਹੋ? ਕਿ ਮੈਂ ਹਾਂ, ਉਹ ਸਿੱਧੂ ਸਾਹਿਬ ਗੱਲ ਆ ਵੀ ਕਲਾਕਾਰ ਜਿਹੜੇ ਹੁੰਦੇ ਨੇ ਮਨ ਦੇ ਕੋਮਲ ਹੁੰਦੇ ਨੇ, ਉਹ ਕਿਤੇ ਵੀ ਕੋਈ ਮਾੜੀ ਘਟਨਾ ਵਾਪਰਦੀ ਆ ਤਾਂ ਉਹਨਾਂ ਦੇ ਇੱਕ ਦਰਦ ਉੱਠਦਾ। ਤੇ ਇਹ ਵੀ ਹੁਣ ਜਿਹੜਾ ਪੰਜਾਬ ਹੈ ਖੇਤੀਬਾੜੀ ਸੂਬਾ, ਖੇਤੀਬਾੜੀ ਨਾਲ ਹੀ ਸੰਬੰਧਿਤ ਹੈ, ਤੇ ਅਸੀਂ ਤਾਂ ਸਮਝਦੇ ਆ ਵੀ ਸਾਰਾ ਕੁਝ ਚੱਲਦਾ ਇਹਦੇ ਸਿਰ ਤੇ ਆ। ਜੇ ਕਿਸਾਨ ਜਿਉਂਦੇ ਰਹਿਣਗੇ ਤਾਂ ਪੰਜਾਬ ਜਿਉਂਦਾ ਰਹੂਗਾ। ਖਾਸ ਕਰਕੇ ਸਾਰੇ ਹੀ ਕੰਮ, ਖਾਸ ਕਰਕੇ ਸਾਡੇ ਵਾਲਾ ਸੰਗੀਤ ਵਾਲਾ, ਜੇ ਉਹਨਾਂ ਕੋਲ 2 ਪੈਸੇ ਹੋਣਗੇ ਤਾਂ ਹੀ ਸਾਡਾ ਪ੍ਰੋਗਰਾਮ ਹੋਣਗੇ, ਹੈ ਜੀ। ਤੇ ਉਹਨਾਂ ਸਾਰਾ ਹੀ ਤੁਸੀਂ ਬਾਜ਼ਾਰ 'ਚ ਵੀ ਤਾਂ ਹੀ ਉਹ ਕੁਝ ਖਰੀਦਣਗੇ ਜੇ ਕੁਝ ਖੁਸ਼ਹਾਲ ਨੇ। ਜੇ ਉਹੀ ਖਤਮ ਹੋ ਗਏ ਤਾਂ ਪੰਜਾਬ ਖਤਮ ਹੋ ਜਾਣਾ, ਮੈਂ ਇਹ ਸਮਝਦਾ। ਤੇ ਉਹ ਸਮਾਂ ਇਸੇ ਕਰਕੇ ਅਸੀਂ ਨਾਲ ਵੀ ਖੜੇ ਹਾਂ। ਮੈਂ 2 ਗੀਤ ਕਰੇ ਨੇ, ਹੁਣ ਉਹਨਾਂ ਦੇ ਹੱਕ 'ਚ ਕਰੇ ਨੇ। ਜਦੋਂ ਵੀ ਕਿਤੇ ਕੋਈ ਐਸਾ ਗੱਲ, ਜਿਵੇਂ ਅਧਿਆਪਕਾਂ ਦੀ ਗੱਲ ਹੋਈ ਤਾਂ ਉੱਥੇ ਸਾਡੇ ਹੱਕ ਮੇਰਾ ਗੀਤ ਆਇਆ, ਹੈ ਜੀ। ਫਿਰ ਹੜ੍ਹ ਆਏ ਬਹੁਤ ਜ਼ਿਆਦਾ, ਉਦੋਂ ਰੱਬਾ ਗੀਤ ਮੇਰਾ ਆਇਆ। ਮੈਂ ਜਾਣੀ ਲੋਕਾਂ ਦੀ ਗੱਲ ਮੈਂ ਕਰਦਾ ਰਹਿਣਾ। ਤੇ ਮੈਨੂੰ ਇੱਕ ਸੰਸਥਾ ਨੇ ਮੈਨੂੰ ਲੋਕ ਪੱਖੀ ਗਾਇਕ ਦਾ ਅਵਾਰਡ ਵੀ ਦਿੱਤਾ। ਤੇ ਇਹ ਜਿਹੜੇ ਗਾਇਕੀ ਹੈ ਇਸ ਦੇ ਵਿੱਚ ਜਿਵੇਂ ਕਿ ਹਰ ਸਮੇਂ ਇਹ ਨੁਕਤਾਚੀਨੀ ਦਾ ਵਿਸ਼ਾ ਬਣਦਾ ਹੈ ਕਿ ਜਿਹੜੇ ਗਾਇਕ ਨੇ ਉਹ ਲੱਚਰ ਗਾਉਂਦੇ ਆ, ਉਹਨਾਂ 'ਚ ਲੱਚਰਤਾ ਹੁੰਦੀ ਹੈ, ਲੱਚਰਤਾ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਵੀ ਇਹਨਾਂ ਤੇ ਸੈਂਸਰ ਬੋਰਡ ਬਣਨਾ ਚਾਹੀਦਾ ਹੈ। ਤੇ ਤੁਸੀਂ ਇਸ ਨੂੰ ਕੀ ਸਮਝਦੇ ਹੋ ਕਿ ਵਾਕਈ ਪੰਜਾਬੀ ਗਾਇਕੀ ਦੇ ਵਿੱਚ ਲੱਚਰਤਾ ਹੈ ਕਿਤੇ? ਦੇਖੋ, 5 ਉਂਗਲਾਂ ਸਿੱਧੂ ਸਾਹਿਬ ਦੀ ਕੁੜੀਆਂ ਨਹੀਂ ਹੈ, ਨਾ ਪਹਿਲਾਂ ਸੀ, ਨਾ ਹੁਣ ਹੈਗੀਆਂ ਤੇ ਨਾ ਹੋਣੀਆਂ ਨੇ, ਹਨਾ। ਤੇ ਹਰ ਇੱਕ ਬੰਦੇ ਚੰਗਾ ਮਾੜਾ ਹੈਗਾ। ਤੇ ਉਹ ਮੇਰਾ ਤੁਹਾਨੂੰ ਦੱਸਿਆ ਵੀ ਜਿਹੜੀ ਆਪਣੀ ਗੱਲ 'ਚ ਮੇਰਾ ਸੁਭਾਅ ਹੈਗਾ ਵੀ ਜਦੋਂ ਵੀ ਕੋਈ ਗੱਲ ਮਾੜੀ ਹੁੰਦੀ ਹੈ ਮੈਂ ਬੋਲਦਾ। ਇਸ ਗੱਲ ਤੇ ਵੀ ਦੱਸਦਾ ਮੈਂ ਤੁਹਾਨੂੰ ਵੀ ਮੇਰਾ ਡਿਊਟ ਕਾਫੀ ਹਿੱਟ ਹੋਇਆ। ਉਹ ਜਿਹੜੀ ਕੋਈ ਆਉਂਦਾ ਖੇਤੋਂ ਬੰਦਾ ਸਾਰਾ ਦਿਨ ਕੰਮ ਧੰਦਾ ਕਰਕੇ, ਜਾਂ ਘਰੇ ਜਨਾਨੀ ਆ ਉਹ ਪੂਰਾ ਸਾਰਾ ਦਿਨ ਵਿਚਾਰੀ ਕੰਮ ਧੰਦਾ ਕਰਕੇ ਟੀਵੀ ਲਾਉਣ ਲੱਗਦੀ ਹੈ ਤਾਂ ਕਈ ਵਾਰੀ ਹੋਰ ਹੀ ਕੁਝ ਚੱਲ ਪੈਂਦਾ। ਤੇ ਉੱਥੇ ਹੈਗਾ, ਮੈਂ ਤੁਹਾਨੂੰ ਸੁਣਾਉਣਾ, ਬੜਾ ਪਸੰਦ ਕਰਿਆ ਤੁਸੀਂ। ਉਹ ਕਹਿੰਦੀ, ਕੀ ਹੋ ਗਿਆ ਮਾਈ ਅੱਜ ਕੱਲ ਗਾਉਣ ਵਾਲਿਆਂ ਨੂੰ, ਸ਼ਰਮ ਪੋਰਾ ਨਾ ਆਵੇ ਬੇਗੰਦ ਪਾਉਣ ਵਾਲਿਆਂ ਨੂੰ। ਕੀ ਹੋ ਗਿਆ ਮਾਈ ਅੱਜ ਕੱਲ ਗਾਉਣ ਵਾਲਿਆਂ ਨੂੰ, ਸ਼ਰਮ ਪੋਰਾ ਨਾ ਆਵੇ ਬੇਗੰਦ ਪਾਉਣ ਵਾਲਿਆਂ ਨੂੰ। ਕਿਹੜਾ ਸੱਭਿਆਚਾਰ ਇਹ ਕੀ ਸਮਝਾਉਣਾ ਚਾਹੁੰਦੇ ਨੇ, ਕਿਹੜਾ ਸੱਭਿਆਚਾਰ ਇਹ ਕੀ ਸਮਝਾਉਣਾ ਚਾਹੁੰਦੇ ਨੇ। ਇਹ ਡਾਂਗਾ ਸੋਟੇ ਰਫਲਾਂ ਗੀਤਾਂ ਵਿੱਚ ਚਲਾਉਂਦੇ ਨੇ, ਇਹ ਡਾਂਗਾ ਸੋਟੇ ਰਫਲਾਂ ਗੀਤਾਂ ਵਿੱਚ ਚਲਾਉਂਦੇ ਨੇ। ਫਿਰ ਉਹ ਕਹਿੰਦਾ, ਗੱਲ ਤੇਰੀ ਹੈ ਠੀਕ, ਬੜਾ ਕੁਝ ਹੋਣ ਲੱਗ ਗਿਆ ਏ, ਨੀ ਬਿਨ ਸਿੱਖੇ ਤੋਂ ਜਣਾ ਖੜਾਈ ਗਾਉਣ ਲੱਗ ਗਿਆ ਏ। ਇਹ ਭਾਂਡੇਪਨ ਸੰਗੀਤ 'ਚ ਰੌਲਾ ਪਾਈ ਜਾਂਦੇ ਐ, ਜਿਵੇਂ ਕਿਸੇ ਦਾ ਟੱਪਦਾ ਡੰਗ ਟਪਾਈ ਜਾਂਦੇ ਐ। ਆਓ ਜਿਵੇਂ ਕਿਸੇ ਦਾ ਟੱਪਦਾ ਡੰਗ ਟਪਾਈ ਜਾਂਦੇ ਐ। ਅੱਛਾ, ਫਿਰ ਸੁਣਨ ਵਾਲੀ ਗੱਲ ਹੈ। ਉਹ ਕਹਿੰਦੀ ਵੀ ਕਲਾਕਾਰ ਤਾਂ ਪਹਿਲਾਂ ਵੀ ਸੀ, ਪਰ ਆਹ ਹਾਲ ਤਾਂ ਕਦੇ ਨਹੀਂ ਸੀ ਦੇਖਿਆ।
ਮਾਣਕ ਕਲੀਆਂ ਗਾਉਂਦਾ ਕਿੰਨਾ ਸੋਹਣਾ ਲੱਗਦਾ ਸੀ, ਮੁਹੰਮਦ ਸਦੀਕ ਰਣਜੀਤ ਕੌਰ ਦਾ ਜੋੜਾ ਫੱਬਦਾ ਸੀ। ਮਾਣਕ ਕਲੀਆਂ ਗਾਉਂਦਾ ਕਿੰਨਾ ਸੋਹਣਾ ਲੱਗਦਾ ਸੀ, ਮੁਹੰਮਦ ਸਦੀਕ ਰਣਜੀਤ ਕੌਰ ਦਾ ਜੋੜਾ ਫੱਬਦਾ ਸੀ। ਹੁਣ ਬਾਂਦਰ ਜੇ ਬਾਂਦਰ ਵਾਂਗੂ ਛਾਲਾਂ ਲਾਉਂਦੇ ਨੇ, ਹੁਣ ਬਾਂਦਰ ਜੇ ਬਾਂਦਰ ਵਾਂਗੂ ਛਾਲਾਂ ਲਾਉਂਦੇ ਨੇ, ਇਹ ਡਾਂਗਾ ਸੋਟੇ ਰਫਲਾਂ ਗੀਤਾਂ ਵਿੱਚ ਚਲਾਉਂਦੇ ਨੇ। ਉਹ ਫਿਰ ਜਵਾਬ ਦਿੰਦਾ, ਅਸਲ ਵਿੱਚ ਉਦੋਂ ਗਾਉਣ ਵਾਲੇ ਸਭ ਸਿੱਖ ਕੇ ਗਾਉਂਦੇ ਸੀ, ਹੁਣ ਵਾਂਗੂ ਨਾ ਮਾਰ ਟਪੂਸੀਆਂ ਢੰਗ ਟਪਾਉਂਦੇ ਸੀ। ਅਸਲ ਵਿੱਚ ਉਦੋਂ ਗਾਉਣ ਵਾਲੇ ਸਭ ਸਿੱਖ ਕੇ ਗਾਉਂਦੇ ਸੀ, ਹੁਣ ਵਾਂਗੂ ਨਾ ਮਾਰ ਟਪੂਸੀਆਂ ਢੰਗ ਟਪਾਉਂਦੇ ਸੀ। ਇਹ ਵਿਰਸਾ ਆਪਣਾ ਮਿੱਟੀ ਵਿੱਚ ਮਿਲਾਈ ਜਾਂਦੇ ਐ, ਆਓ ਜਿਵੇਂ ਕਿਸੇ ਦਾ ਟੱਪਦਾ ਡੰਗ ਟਪਾਈ ਜਾਂਦੇ ਐ। ਵਾਹ। ਹਾਂ ਸਾਹਿਬ, ਜਿਹੜੇ ਇਹ ਤੁਹਾਡਾ ਇਸ ਸਮੇਂ ਜਿਹੜਾ ਜਿਸ ਤਰ੍ਹਾਂ ਦਾ ਦੌਰ ਚੱਲ ਰਿਹਾ ਹੁਣ ਗਾਇਕੀ ਦਾ, ਤੁਸੀਂ ਇਹਦੇ ਭਵਿੱਖ ਬਾਰੇ ਕੀ ਸਮਝਦੇ ਹੋ ਕਿ ਜਿਵੇਂ ਕਿ ਪਿਛਲਾ ਹੁਣ ਦੌਰ ਵਿੱਚੋਂ ਦੀ ਲੰਘਿਆ, ਬੜਾ ਮਾੜਾ ਦੌਰ ਲੰਘਿਆ, ਤੇ ਇਸ ਸਮੇਂ ਦਰਮਿਆਨ ਇਸ ਤਰ੍ਹਾਂ ਦਾ ਵੀ ਸਾਹਮਣੇ ਦੇਖਣ ਨੂੰ ਆਇਆ ਕਿ ਜਿਹੜੇ ਗਾਇਕ, ਜਿਵੇਂ ਕਿ ਇੱਕ ਪਹਿਲਾ ਮੰਚ ਤਿਆਰ ਹੋਇਆ ਸੀ ਤੇ ਉਹ ਮੰਚ ਫਿਰ ਆ ਕੇ ਕਾਫੀ ਦੇਰ ਉਸਨੇ ਕੋਈ ਕੰਮ ਨਹੀਂ ਕੀਤਾ ਤੇ ਦੁਬਾਰਾ ਫੇਰ ਉਸ ਨੂੰ ਹੁਣ ਲਾਕਡਾਊਨ ਦੇ ਦੁਬਾਰਾ ਫੇਰ ਸੋਚਣ ਲਈ ਮਜਬੂਰ ਕੀਤਾ, ਕਿਉਂਕਿ ਇਸ ਸਮੇਂ ਜਿਹੜੇ ਕਲਾਕਾਰ ਸੀ ਉਹ ਵਿਹਲੇ ਬੈਠੇ ਸੀ, ਕੋਈ ਕੰਮ ਨਹੀਂ ਮਿਲ ਸਕਿਆ। ਕੀ ਤੁਸੀਂ ਇਹ ਮੰਨਦੇ ਹੋ ਕਿ ਜਿਹੜੇ ਜਥੇਬੰਦੀਆਂ ਇਸ ਤਰ੍ਹਾਂ ਦੀਆਂ ਕਲਾਕਾਰਾਂ ਦੀਆਂ ਜਥੇਬੰਦੀਆਂ, ਉਹ ਵੀ ਇਸ ਤਰ੍ਹਾਂ ਦੇ ਮੌਕਿਆਂ ਦੇ ਉੱਤੇ ਜਦੋਂ ਕੋਈ ਵੀ ਇਸ ਤਰ੍ਹਾਂ ਸੰਕਟ ਆਉਂਦਾ ਹੈ, ਸੰਕਟ ਦੀ ਘੜੀ ਦੇ ਵਿੱਚ ਸਹਾਈ ਹੁੰਦੀਆਂ ਨੇ? ਬਿਲਕੁਲ ਜੀ, ਬਿਲਕੁਲ। ਇੱਕ ਤਾਂ ਸਿੱਧੂ ਸਾਹਿਬ ਇਹ ਗੱਲ ਆ ਵੀ ਜਦੋਂ ਵੀ ਸੰਕਟ ਆਉਂਦਾ ਉਹ ਸਾਡੇ ਤੇ ਆਉਂਦਾ, ਸਾਡੇ ਲੋਕਾਂ ਤੇ ਆਉਂਦਾ, ਸਾਡੇ ਭਰਾਵਾਂ ਤੇ ਆਉਂਦਾ। ਉੱਥੇ ਫਿਰ ਜਥੇਬੰਦੀ ਹੈ ਤਾਂ ਉਹ ਕਿਤੇ ਨਾ ਕਿਤੇ ਨਾਲ ਖੜਦੀ ਤੇ ਚੰਗਾ ਲੱਗਦਾ, ਖੜਨਾ ਵੀ ਚਾਹੀਦਾ। ਤੇ ਬਾਕੀ ਸਾਨੂੰ ਆਪਣੇ ਆਪ ਵੀ ਲੋੜ ਆ ਬੜਾ, ਜਿਵੇਂ ਹੁਣ ਗੀਤ ਸਾਡੇ ਹੁੰਦੇ ਨੇ ਤੇ ਵਿਆਹਾਂ ਦੇ ਵਿੱਚ ਚੱਲਦੇ ਨੇ ਤੇ ਉੱਥੇ ਅਸੀਂ ਬੈਠੇ ਵਿਹਲੇ ਬੈਠੇ ਹਾਂ, ਬੜੀਆਂ ਗੱਲਾਂ ਬੜੀਆਂ ਸੋਚਣ ਵਾਲੀਆਂ ਨੇ। ਜਿਵੇਂ ਇੱਕ ਤੁਸੀਂ ਸੈਂਸਰ ਬੋਰਡ ਦੀ ਗੱਲ ਕਰਦੇ ਹੋ, ਤੁਸੀਂ ਮੈਂ ਇਹ ਸਮਝਦਾ, ਕਈ ਲੋਕ ਕਹਿੰਦੇ ਨੇ ਵੀ ਸੈਂਸਰ ਬੋਰਡ ਹੋਣਾ ਚਾਹੀਦਾ, ਮੈਂ ਇਹ ਸਮਝਦਾ ਹਾਂ ਵੀ ਲਿਖਣ ਵਾਲੇ ਤੇ ਗਾਉਣ ਵਾਲੇ ਉਹ ਆਪਣੇ ਆਪ ਹੀ ਆਪਣੀ ਜ਼ਿੰਮੇਵਾਰੀ ਸਮਝਣ। ਜੇ ਹਰ ਇੱਕ ਬੰਦਾ ਸਮਝੇ ਸੈਂਸਰ ਬੋਰਡ ਦੀ ਲੋੜ ਹੀ ਨਹੀਂ। ਮੈਂ ਤਾਂ ਇਹ ਵੀ ਸਮਝਦਾ ਆਪਣਾ ਮੁਲਕ ਕੈਸਾ ਹੈਗਾ, ਉਹ ਰਿਸ਼ਵਤਖੋਰੀ, ਉਹ ਕੀ ਹੈਗਾ, ਮੁਲਾਜ਼ੇਦਾਰੀਆਂ ਹੈ ਜੀ। ਮੈਂ ਇਹ ਸਮਝਦਾ ਵੀ ਉਹਦੇ ਨਾਲ ਸਾਡੀਆਂ ਮੁਸ਼ਕਲਾਂ ਵਧਣਗੀਆਂ। ਸਾਡੇ ਜਿਹੜੇ ਵਧੀਆ ਗੀਤ ਨੇ ਉਹਨਾਂ ਵਾਸਤੇ ਵੀ ਸਾਨੂੰ ਚੱਕਰ ਕੱਟਣੇ ਪਿਆ ਕਰਨਗੇ। ਇਸ ਕਰਕੇ ਜਦੋਂ ਅਸੀਂ ਆਪਣੇ ਆਪ ਹੀ ਵਧੀਆ ਕੰਮ ਕਰਾਂਗੇ, ਵਧੀਆ ਗੱਲ ਕਰਾਂਗੇ, ਫਿਰ ਸੈਂਸਰ ਬੋਰਡ ਦੀ ਕੀ ਲੋੜ ਹੈ। ਤੇ ਅੱਛਾ, ਇੱਕ ਦੂਸਰੇ ਪਾਸੇ ਜਿਹੜੇ ਖਾਸ ਕਰਕੇ ਗੀਤਕਾਰਾਂ ਦੀ ਇਹ ਰਹੀ ਹੈ ਕਿ ਜਿਹੜੇ ਜੀ ਸਾਡਾ ਸ਼ੋਸ਼ਣ ਹੁੰਦਾ ਹੈ, ਸਾਨੂੰ ਪੈਸੇ ਨਹੀਂ ਮਿਲਦੇ, ਸਾਨੂੰ ਮੁਆਵਜ਼ਾ ਨਹੀਂ ਮਿਲਦਾ, ਸਾਡੇ ਗੀਤ ਲੈ ਲਏ ਜਾਂਦੇ, ਇਹ ਬਾਕੀ ਗੱਲ ਸਹੀ ਹੈ ਜਾਂ ਇਹ ਨਹੀਂ ਕਿਹਾ ਜਾਂਦਾ? ਇਹ ਸਿੱਧੂ ਸਾਹਿਬ ਗੱਲ ਕੁਝ ਨਾ ਕੁਝ ਤਾਂ ਸਹੀ ਵੀ ਆ, ਪਰ ਇੱਥੇ ਇਹ ਆ ਵੀ ਜਿਵੇਂ ਹੁਣ ਹੈ ਕਰੋੜਾਂ ਰੁਪਈਆ, ਲੱਖਾਂ ਨਹੀਂ ਹੈ, ਕਰੋੜਾਂ ਲਾਉਣਾ ਪੈਂਦਾ ਉਹ ਗਾਇਕਾਂ ਨੂੰ। ਤੇ ਉਦੋਂ ਤਾਂ ਜਿਹੜਾ ਗੀਤਕਾਰ ਦਿੰਦਾ ਉਦੋਂ ਤਾਂ ਉਹਨੂੰ ਵੀ ਕੋਈ ਨਹੀਂ ਪੁੱਛਦਾ ਹੁੰਦਾ ਹੈ ਨਾ। ਜਿਹਨੂੰ ਕੋਈ ਪੁੱਛਦਾ ਉਹ ਤਾਂ ਪਹਿਲਾਂ ਹੀ ਪੈਸੇ ਲੈ ਕੇ ਫੇਰ ਹੀ ਦਿੰਦਾ ਗੀਤ। ਜਿਹਨੂੰ ਕੋਈ ਨਹੀਂ ਪੁੱਛਦਾ ਹੁੰਦਾ ਉਹਦੀ ਮਾਰਕੀਟ 'ਚ ਪਹਿਚਾਣ ਬਣਦੀ ਆ, ਤੇ ਇੰਨੀ ਵੀ ਵੱਡੀ ਗੱਲ ਆ। ਤੇ ਉਹ ਪਤਾ ਕੀ ਆ ਵੀ ਗਾਇਕ ਨੂੰ ਹੁਣ ਲੱਖਾਂ ਰੁਪਈਆ ਪਹਿਲਾਂ ਰਿਕਾਰਡਿੰਗ ਕਰਾਓ ਜੀ, ਚਾਹੇ ਕੋਈ ਵੀ ਆ, ਸਭ ਸਾਰੇ ਆਪ ਕਰਦੇ ਨੇ, ਸਭ ਨੂੰ ਆਪ ਕਰਨਾ ਪੈਂਦਾ। ਵੀਡੀਓ, ਅੱਛਾ ਜਿੰਨਾ ਵੱਡਾ ਕਿਸੇ ਦਾ ਨਾਂ ਆ ਉਨੇ ਵੱਡੇ ਉਹਨੂੰ ਵੀਡੀਓ ਬਣਾਉਣੇ ਪੈਂਦੇ ਨੇ, ਉਨੀ ਵੱਡੀ ਉਹਨੂੰ ਐਡ ਕਰਨੀ ਪੈਂਦੀ ਹੈ। ਇੱਥੇ ਤੱਕ ਵੀ ਕਰੋੜਾਂ ਰੁਪਈਆ ਲੱਗਦਾ ਜੀ, ਹੈਨਾ। ਤੇ ਉਦੋਂ ਜਦੋਂ ਇੱਕ ਬੰਦਾ ਲਾ ਰਿਹਾ ਤੇ ਕੰਮ ਹੈ ਨਹੀਂ, ਮੈਂ ਤਾਂ ਇਹ ਸਮਝਦਾ ਜਿਵੇਂ ਕਰੋੜ ਰੁਪਈਆ ਕਿਸੇ ਬੰਦੇ ਨੇ ਲਾਤਾ, ਸਿੰਗਰ ਨੇ ਲਾਤਾ, ਤੇ ਜੇ ਉਹਨੇ ਕਰੋੜ ਰੁਪਈਆ ਸਾਲ ਦੇ ਵਿੱਚ ਇਕੱਠਾ ਕਰਿਆ ਜਾਂ 50 ਲੱਖ ਇਕੱਠਾ ਕਰ ਲਿਆ ਤਾਂ ਉਹ ਕੀ ਕਰ ਲਿਆ? ਆਈ ਚਲਾਈ, ਮੈਂ ਤਾਂ ਇਹ ਸਮਝਦਾ ਆਈ ਚਲਾਈ ਹੋਈ ਆ। ਕਿਉਂਕਿ ਜਦੋਂ ਟੇਪਾਂ ਵਿਕਦੀਆਂ ਸੀ, ਕੈਸਟਾਂ ਵਿਕਦੀਆਂ ਸੀ, ਮਾਨਕ ਉਹਨਾਂ ਦਾ ਵੇਲਾ ਸੀ, ਸਦੀਕ ਸਾਹਿਬ ਉਹਨਾਂ ਦਾ ਵੇਲਾ ਸੀ, ਉਹ ਵੇਲਾ ਚੰਗਾ ਸੀ ਜਦੋਂ 1 ਰੁਪਈਆ ਵੀ ਨਹੀਂ ਸੀ ਲੱਗਦਾ ਕਲਾਕਾਰਾਂ ਦਾ। HMV ਕੰਪਨੀ ਹੁੰਦੀ, ਸਭ ਕੁਝ ਫ੍ਰੀ ਕਰਦੀ, ਇਹ ਚਲੇ ਜਾਂਦੇ, ਚਾਹੇ ਕੋਈ ਟਰੱਕ ਤੇ ਚੜ੍ਹ ਕੇ ਚਲੇ ਜਾਂਦਾ ਦਿੱਲੀ, ਚਾਹੇ ਕੋਈ ਗੱਡੀ ਤੇ ਚੜ੍ਹ ਕੇ ਚਲਾ ਜਾਂਦਾ, ਤੇ ਉਹ ਵੇਲਾ ਚੰਗਾ ਸੀ। ਹੁਣ ਤਾਂ ਸਭ ਕੁਝ ਸਾਫ਼ ਕਰਨਾ ਪੈਂਦਾ, ਵਿਕਦਾ ਕੁਛ ਨਹੀਂ ਹੈ ਜੀ, ਸਾਰਾ ਕੁਛ ਮੋਬਾਈਲਾਂ 'ਚ ਫ੍ਰੀ ਚਲਾ ਜਾਂਦਾ। ਮੁਸ਼ਕਲਾਂ ਵੀ ਹੈਗੀਆਂ ਨੇ। ਅੱਛਾ, ਤੁਹਾਨੂੰ ਇਸ ਖੇਤਰ 'ਚ, ਕਲਾ ਦੇ ਖੇਤਰ 'ਚ ਕੰਮ ਕਰਦਿਆਂ ਕੋਈ ਮਾਣ ਸਨਮਾਨ ਹੁਣ ਤੱਕ ਕਿੰਨੇ ਕੁ ਬੜੇ ਵੱਖ-ਵੱਖ ਥਾਵਾਂ ਦੇ ਉੱਤੇ ਮੈਨੂੰ ਜੇਕਰ ਜੋ ਕੁਛ? ਬਿਲਕੁਲ ਜੀ, ਬਿਲਕੁਲ। ਮੈਨੂੰ ਉੱਚੀ ਸੁਰ ਦਾ ਬਾਦਸ਼ਾਹ, ਮਾਣ ਪੰਜਾਬ ਦਾ, ਪਿਛਲੀ ਮਾਰਚ ਦੇ ਵਿੱਚ ਰਾਏਕੋਟ ਕੋਲੇ ਦਸੀਆਂ ਪਿੰਡ ਹੈ ਜੀ, ਉੱਥੇ ਮੇਲਾ ਲੱਗਦਾ, ਮਹਾਰਾਜਾ ਦਲੀਪ ਸਿੰਘ ਦੇ ਨਾਂ 'ਤੇ ਉਹਨਾਂ ਨੇ ਮਾਣ ਪੰਜਾਬ ਦਾ
ਮੈਨੂੰ ਵੀ ਵੱਖ-ਵੱਖ ਥਾਵਾਂ ਤੇ ਹਾਂਜੀ, ਤਾਂ ਤੁਹਾਨੂੰ ਬਿਲਕੁਲ ਸਨਮਾਨਿਤ ਜੀ, ਕੀਤਾ। ਬਿਲਕੁਲ ਉੱਚੀ ਸੁਰ ਦਾ ਬਾਦਸ਼ਾਹ ਕਈ ਥਾਵਾਂ ਤੋਂ ਇਸ ਤਰ੍ਹਾਂ ਹੂੰ। ਹਾਂਜੀ। ਤੁਸੀਂ ਪੰਜਾਬੀ ਗਾਇਕੀ ਦੇ ਵਿੱਚ ਸੀਨੀਅਰ ਕਲਾਕਾਰ ਹੁਣ ਕਿੰਨੇ ਸਾਲ ਤੋਂ ਦਾ ਲੰਬਾ ਸਫ਼ਰ ਹੋ ਗਿਆ, ਤੇ ਤੁਸੀਂ ਇਸ ਮੌਕੇ ਤੇ ਜਿਹੜੇ ਗਾਇਕੀ ਦੇ ਨਾਲ ਨਵੀਂ ਜਿਹੜੀ ਸਾਡੀ ਪੀੜ੍ਹੀ ਹੈ, ਜਿਹੜੇ ਕਿ ਗਾਇਕੀ ਦੇ ਨਾਲ ਜੁੜਨਾ ਚਾਹੁੰਦੇ ਹੈ, ਗਾਇਕੀ ਦੇ ਖੇਤਰ 'ਚ ਪ੍ਰਵੇਸ਼ ਕਰਨਾ ਚਾਹੁੰਦੇ ਹੈ, ਕਿਉਂਕਿ ਹੁਣ ਜਿਹੜਾ ਗਾਇਕੀ ਦਾ ਉਹ ਸਿਸਟਮ ਵੀ ਸਾਰਾ ਬਦਲ ਚੁੱਕਿਆ ਹੈ, ਤੁਸੀਂ ਉਹਨੂੰ ਕੁਛ ਆਪਣੇ ਵੱਲੋਂ ਕੋਈ ਕਹਿਣਾ ਚਾਹੋਗੇ? ਹਾਂ, ਉਹ ਸਿੱਧੂ ਸਾਹਿਬ ਗੱਲ ਇਹ ਆ ਵੀ ਸੰਗੀਤ ਤਾਂ ਨਾ ਕਦੇ ਖਤਮ ਹੋਇਆ ਜੀ, ਨਾ ਹੀ ਕਦੇ ਖਤਮ ਹੋਵੇ। ਟ੍ਰੈਂਡ ਥੋੜਾ ਚੇਂਜ ਬਦਲਦਾ ਰਹਿੰਦਾ। ਤੇ ਇਹ ਆ ਵੀ ਅੱਜ ਕੱਲ ਜਿਹੜਾ ਹੈਗਾ, ਪਹਿਲਾਂ ਜਿਹੜਾ ਹੁੰਦਾ ਸੀ ਵੀ ਹਰ ਇੱਕ ਬੰਦਾ ਕੁਛ ਨਾ ਕੁਛ ਸਿੱਖ ਕੇ ਆਉਂਦਾ ਸੀ। ਇੱਕ ਮਾੜਾ ਰੁਝਾਨ ਜਿਹੜਾ ਮੈਨੂੰ ਲੱਗਦਾ, ਜਿੰਨੀ ਮਰਜ਼ੀ ਦੁਨੀਆ ਆਉਣ ਚੰਗੀ ਗੱਲ ਆ, ਸੰਗੀਤ ਵੱਲ ਆਉਣ ਚੰਗੀ ਗੱਲ ਆ, ਪਰ ਜੇ ਉਹ ਸਿੱਖ ਲੈਣ ਫੁੱਟਬਾਲ ਸੰਗੀਤ ਸਿੱਖ ਲੈਣ ਤਾਂ ਜਿਹੜੇ ਹੁਣ ਬਿਲਕੁਲ ਨਹੀਂ ਸਿੱਖਦੇ ਹਿੱਟ ਵੀ ਹੋ ਜਾਂਦੇ ਨੇ ਤੇ ਆਉਂਦਾ ਉਹਨਾਂ ਨੂੰ ਕੁਛ ਨਹੀਂ। ਉਹਨੂੰ ਮੈਂ ਕੋਈ ਬਹੁਤਾ ਵਧੀਆ ਗੱਲ ਨਹੀਂ ਮੰਨਦਾ। ਸਾਨੂੰ ਤਾਂ ਚੰਗੇ ਉਹੀ ਲੱਗਦੇ ਨੇ ਜੀ, ਚਾਹੇ ਨਵੇਂ ਹੋਣ ਪੁਰਾਣੇ ਹੋਣ, ਜਿਹਦੇ ਕੁਛ ਸੁਰ ਪੱਲੇ ਹੈਗਾ। ਦਰਸ਼ਕੋ, ਇਸ ਭਗਵਾਨ ਹਾਂਸ ਜਿਨ੍ਹਾਂ ਨੇ ਆਪਣੇ ਦਿਲ ਦੀਆਂ ਤੁਹਾਡੇ ਨਾਲ ਖੁੱਲੀਆਂ ਗੱਲਾਂ ਕੀਤੀਆਂ ਨੇ, ਉਹਨਾਂ ਨੇ ਆਪਣੀ ਗਾਇਕੀ ਦੇ ਸਫ਼ਰ ਬਾਰੇ ਸਾਡੇ ਨਾਲ ਜ਼ਿਕਰ ਕੀਤਾ, ਉਹਨਾਂ ਨੇ ਆਪਣੇ ਮਾਣ ਸਨਮਾਨ ਬਾਰੇ, ਉਹਨਾਂ ਨੇ ਆਪਣੀਆਂ ਯਾਦਾਂ ਸਾਡੀਆਂ ਨਾਲ ਸਾਂਝੀਆਂ ਕੀਤੀਆਂ ਨੇ। ਤੇ ਫਿਰ ਵੀ ਜੇਕਰ ਕੋਈ ਕਿਸੇ ਤਰ੍ਹਾਂ ਦਾ ਤੁਹਾਡੇ ਪ੍ਰਸ਼ਨ ਹੋਵੇ ਤਾਂ ਤੁਸੀਂ ਇਹਦਾ ਇਨਬੌਕਸ ਕਰ ਸਕਦੇ ਹੋ, ਤੇ ਤੁਹਾਨੂੰ ਇਸ ਤਰ੍ਹਾਂ ਹੀ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਾਂਗੇ। ਹਮੇਸ਼ਾ ਯਾਦ ਰੱਖੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡੇ ਨਾਲ ਜੁੜੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।